स्वागत। मैं हरजिंदर सिंह रंधावा, तुम देख रहे हो पंजाब टेलीविजन और मेरे नाल ने सीनियर जर्नलिस्ट सरदार हमीर सिंह जी और सरदार जगतार सिंह जी। जी आया जी। थैंक यू। शुक्रिया जी। बेहद संवेदनशील मुद्दा। इस देश ਦੀਆਂ ਉਹ ਧੀਆਂ ਜਿਨ੍ਹਾਂ ਨੇ ਇਹਦਾ ਮਾਣ ਵਧਾਇਆ, ਇਹਦੀ ਲਾਜ ਰੱਖੀ, ਉਹ ਆਪਣੇ ਮੈਡਲ ਗੰਗਾ ਵਹਾਉਣ ਤੁਰੀਆਂ ਹੋਈਆਂ ਨੇ। ਉਹਨਾਂ ਨੇ ਆਪਣੇ ਮੈਡਲ ਗੰਗਾ ਦੇ ਵਿੱਚ ਦੇ ਕੇ ਆਪਣੇ ਆਪ ਨੂੰ ਇਸ ਦੇਸ਼ ਤੋਂ ਵਾਰ ਦੇਣ ਦਾ ਪ੍ਰਣ ਲਿਆ। ਔਰ ਨਾਲ ਹੀ ਉਹਨਾਂ ਨੇ ਇਹ ਗੱਲ ਕੀਤੀ ਹੈ ਕਿ ਜੇਕਰ ਸਾਡੇ ਮੈਡਲ ਵਹਿ ਜਾਂਦੇ ਨੇ, ਉਸ ਤੋਂ ਬਾਅਦ ਸਾਡੇ ਜੀਣ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਉਹ ਅਸੀਂ ਇੰਡੀਆ ਗੇਟ ਦੇ ਉੱਤੇ ਮਰਨ ਵਰਤ ਤੇ ਜਾਵਾਂਗੇ ਔਰ ਇਹੀ ਸਨਮਾਨ ਨਾਲ ਜਿਉਣ ਦਾ ਤਰੀਕਾ ਹੁੰਦਾ ਹੈ। ਕਦੇ ਪਾਸ਼ ਨੇ ਲਿਖਿਆ ਸੀਗਾ ਕਿ ਜਿਉਣ ਦਾ ਇਹ ਵੀ ਇੱਕ ਤਰੀਕਾ ਹੁੰਦਾ, ਚੱਲਦੇ ਟ੍ਰੈਫਿਕ 'ਚ ਚੁਫਾਲ ਲਿਟ ਜਾਣਾ। ਸਵਾਲ ਬਹੁਤ ਅਹਿਮ ਆ ਕਿ ਕੀ ਇਸ ਦੇਸ਼ ਦੇ ਹਾਕਮ ਇੰਨੀ ਗੂੜੀ ਨੀਂਦ 'ਚ ਚਲੇ ਗਏ ਕਿ ਇੰਨੇ ਜ਼ਿਆਦਾ ਸੀਰੀਅਸ ਮੁੱਦੇ ਤੇ ਉਹਨਾਂ ਕੋਲ ਦੋ ਲਫ਼ਜ਼ ਨਹੀਂ ਸਰ ਰਹੇ, ਉਹਨਾਂ ਕੋਲੇ ਕੋਈ ਸ਼ਬਦ ਨਹੀਂ, ਉਹਨਾਂ ਕੋਲ ਕੋਈ ਧਰਵਾਸ ਨਹੀਂ, ਉਹਨਾਂ ਕੋਲ ਕੋਈ ਵਾਅਦਾ ਨਹੀਂ ਜਿਹੜਾ ਇਹਨਾਂ ਕੁੜੀਆਂ ਨੂੰ ਅੱਗੇ ਹੋ ਕੇ ਹੱਥ ਫੜ ਕੇ ਸਿਰ ਤੇ ਹੱਥ ਰੱਖ ਕੇ ਰੋਕ ਲੈਣ। ਦੇਸ਼ ਕਿਤੇ ਇਸ ਜਜ਼ਬਾਤ ਦੇ ਹੜ 'ਚ ਹੜ ਨਾ ਜਾਵੇ। ਇਸ ਵੇਗ ਨੂੰ ਕੋਈ ਠੱਲ ਕਿਵੇਂ ਸਕੂਗਾ ਜਦੋਂ ਕੁੜੀਆਂ ਆਪਣੇ ਮੈਡਲ ਅਲਮਾਰੀਆਂ 'ਚੋਂ ਕੱਢ ਕੇ ਬੈਗਾਂ 'ਚ ਰੱਖ ਰਹੀਆਂ ਨੇ? ਕੋਈ ਬਹੁਤ ਪੱਥਰ ਦਿਲ ਵੀ ਨਾ ਯਾਰ ਉਹ ਪਿਘਲਿਆ ਹੋਊਗਾ। ਸਵਾਲ ਇਸ ਵੇਲੇ ਦਾ ਇਹ ਨਹੀਂ ਕਿ ਉਹ ਧੀ ਮੇਰੀ, ਤੁਹਾਡੀ ਜਾਂ ਕਿਸ ਘਰ ਦੀ ਆ। ਸਵਾਲ ਇਸ ਗੱਲ ਦਾ ਹੈ ਕਿ ਆਖਰ ਕਿੱਡੇ ਕੁ ਵੱਡੇ ਮਾਮਲੇ ਨੇ ਇਹ, ਇੱਜ਼ਤਾਂ ਦੇ ਮਾਮਲੇ ਨੇ। ਤੁਸੀਂ ਕਿਸੇ ਵੀ ਵਿਅਕਤੀ ਨੂੰ ਜਿਹਦੇ ਤੇ ਦੋਸ਼ ਆਇਦ ਹੁੰਦਾ ਜਾਂ ਜਿਹਦੇ ਤੇ ਦੋਸ਼ ਲੱਗਦਾ, ਨਿਰਪੱਖ ਜਾਂਚ ਕਰਾ ਲਓ, ਉਹਨੂੰ ਅਹੁਦਿਆਂ ਤੋਂ ਥੋੜੀ ਦੇਰ ਪਾਸੇ ਕਰ ਲਓ, ਉਹਨੂੰ ਤੁਸੀਂ ਕਿਸੇ ਵਿਚਾਰ ਨਾਲੋਂ ਕੱਟ ਕੇ ਥੋੜੀ ਦੇਰ ਜਾਂਚ ਦਾ ਹਿੱਸਾ ਬਣਾ ਲਓ। ਕਿੰਨੀ ਕੁ ਮੁਸ਼ਕਲ ਗੱਲ ਸੀ। ਇਹ ਸਰਕਾਰ ਲਈ ਸ਼ਾਇਦ ਸਭ ਤੋਂ ਵੱਡਾ ਸੰਕਟ ਹੋਣ ਵਾਲਾ ਇਹ ਮੁੱਦੇ ਨੂੰ ਲੈਂਦੇ ਆ। ਦੂਜਾ ਮੁੱਦਾ ਅਤਿਅਮ, ਉਹ ਵੀ ਅਤਿਅਮ ਮੁੱਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਦੇ ਸਮੇਂ ਸਿਰ ਨਹੀਂ ਹੋਈਆਂ। ਦੇਸ਼ ਆਜ਼ਾਦ ਹੋਣ ਤੋਂ ਬਾਅਦ ਹੁਣ ਤੱਕ 25 ਸਾਲੀ ਕਦੇ ਵੀ ਇਸ ਦੇਸ਼ ਵਿੱਚ ਵਸਦੇ ਸਿੱਖਾਂ ਨੂੰ ਇਹ ਹੱਕ ਮਿਲਿਆ ਹੀ ਨਹੀਂ ਕਿ ਉਹ ਆਪਣੇ ਗੁਰਦੁਆਰਿਆਂ ਦਾ ਪ੍ਰਬੰਧ ਕਰਨ ਵਾਲੀ ਸੰਸਥਾ ਨੂੰ ਸਮੇਂ ਸਿਰ ਚੁਣ ਸਕਣ। ਕਦੇ 17 ਸਾਲ, ਕਦੇ 11 ਸਾਲ, ਹੁਣ ਵੀ ਇੱਕ ਲੰਬਾ ਅਰਸਾ ਹੋ ਗਿਆ। ਅੱਜ ਜਸਟਿਸ SS ਸਾਰੋਂ ਜਿਹੜੇ ਇਹ ਗੁਰਦੁਆਰਾ ਚੋਣਾਂ ਕਰਾਉਣ ਲਈ ਕਮਿਸ਼ਨਰ ਨਿਯੁਕਤ ਕੀਤੇ ਗਿਆ, ਉਹਨਾਂ ਨੇ ਮੁੱਖ ਸਕੱਤਰ ਗ੍ਰਹਿ ਤੇ ਉਹਨਾਂ ਨੇ ਸਮੂਹ ਜ਼ਿਲ੍ਹਿਆਂ ਦੇ DCs ਨੂੰ ਇਹ ਪੱਤਰ ਲਿਖ ਕੇ ਵੋਟਾਂ ਬਣਾਉਣ ਦੀ ਪ੍ਰਕਿਰਿਆ ਤੋਰੀ ਆ। ਕਿੰਨੀ ਕੁ ਦੇਰ ਤੱਕ ਇਹ ਘੜਿਆਲੀ ਹੰਝੂ ਜਿਹੜੇ ਨੇ ਦੇਖਦੇ ਰਵਾਂਗੇ? ਕੋਈ ਧਿਰ ਸੰਜੀਦਾ ਹੈ ਹੀ ਨਹੀਂ ਇਲੈਕਸ਼ਨ ਕਰਾਉਣ ਲਈ। ਇਹਦੇ ਤੇ ਗੱਲ ਕਰਦੇ ਆ ਕਿ ਕੀ ਹੁਣ ਇਲੈਕਸ਼ਨ ਹੋ ਜਾਏਗੀ? ਤੇ ਆਖਰੀ ਮਾਮਲਾ, ਇਸ ਖਿੱਤੇ ਦੀ ਸੱਤਾ ਕੇਜਰੀਵਾਲ ਸੁਪਰੀਮੋ ਕੱਲ ਪੰਜਾਬ 'ਚ ਹੋਣਗੇ। ਪੰਜਾਬ ਦੇ ਵਿੱਚ ਉਹ ਸ਼ਾਮ ਨੂੰ ਸਮੂਹ MLAs ਮੰਤਰੀਆਂ ਤੇ ਆਪਣੇ MPs ਨੂੰ ਮਿਲਣਗੇ। ਉਹ ਸ਼ਾਮ ਨੂੰ ਇੱਕ ਡਿਨਰ ਪ੍ਰਸਤੁਤ ਕਰਨਗੇ। ਉਹ ਮੁੱਖ ਮੰਤਰੀ ਦੀ ਰਿਹਾਇਸ਼ ਜਾਂ ਕਿਸੇ ਹੋਟਲ ਦੇ ਵਿੱਚ ਆਪਣੇ ਸਾਰੇ ਸਿਪਾ ਸਲਾਰਾਂ ਨੂੰ ਸੰਬੋਧਿਤ ਹੋਣਗੇ। ਇਹ ਸੈਂਸਿਟਿਵ ਮਾਮਲਾ ਇਹ ਵੀ ਆ ਕਿ ਆਰਡੀਨੈਂਸ ਦੇ ਮਾਮਲੇ 'ਚ ਦਿੱਲੀ 'ਚ ਸ਼ਕਤੀ ਪ੍ਰਦਰਸ਼ਨ ਵੀ ਕਰਨਾ ਹੈ। ਉਹਨਾਂ ਨੇ ਕੁਝ ਗਾਈਡ ਵੀ ਕਰਨਾ ਆਪਣੇ ਲੋਕਾਂ ਨੂੰ। BJP ਦਾ ਔਰ ਕੇਂਦਰੀ ਸੱਤਾ ਦਾ ਇੱਕ ਸੰਕਟ ਵੀ ਆ ਕਿ ਕਿਸੇ ਨੂੰ ਲਿਊਰ ਨਾ ਕਰ ਲਿਆ ਜਾਵੇ, ਕਿਸੇ ਤੇ ਹੱਥ ਨਾ ਫੇਰ ਕੇ ਲੈ ਜਾਣ। ਬੜੇ ਸਾਰੇ ਸੰਕਟਾਂ ਦੇ ਰੂਬਰੂ ਇਹ ਡਿਨਰ ਕਾਫੀ ਅਹਿਮ ਹੋਣ ਵਾਲਾ। ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਜਾਣਨਾ ਚਾਹੂੰਗਾ ਸਰਦਾਰ ਹਮੀਰ ਸਿੰਘ ਜੀ, ਉਹਨਾਂ ਬੱਚੀਆਂ ਵੱਲ ਜਾਣ ਤੋਂ ਵੀ ਪਹਿਲਾਂ, ਕਿਉਂਕਿ ਅਸੀਂ ਜਿਸ ਵੇਲੇ ਰਿਕਾਰਡ ਕਰ ਰਹੇ ਹਾਂ ਲਗਭਗ 6 ਵੱਜਣ ਵਾਲੇ ਆ, ਉਦੋਂ ਤੱਕ ਉਹ ਗੰਗਾ ਦੇ ਵਿੱਚ ਇਹ ਮੈਡਲ ਵਹਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੋਏਗੀ। ਉਸ ਤੋਂ ਪਹਿਲਾਂ ਮੈਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕੀ ਇੱਕ ਵਾਰੀ ਫਿਰ ਟਲਦੀਆਂ ਹੀ ਰਹਿਣਗੀਆਂ? ਕੀ ਇਹ ਪ੍ਰਕਿਰਿਆ ਪੱਤਰ ਤੋਂ ਬਾਅਦ ਕੋਈ ਥੋੜੇ ਸਮੇਂ ਬਾਅਦ ਚੋਣ ਪ੍ਰਕਿਰਿਆ 'ਚ ਬਦਲ ਜਾਊਗੀ ਜਾਂ ਮਹਿਜ ਵੋਟਾਂ ਦੀ ਸੁਧਾਈ ਤੱਕ ਹੀ ਰਹੂਗੀ? ਅਸੀਂ ਕਿਵੇਂ ਇਸ ਗੱਲ ਦੀ ਸ਼ਾਦੀ ਭਰੀਏ ਜਾਂ ਕਿਹਦੇ ਕੋਲੋਂ ਇਹ ਧਰਵਾਸ ਲਈਏ ਕਿ ਇਸ ਤੋਂ ਬਾਅਦ ਇਲੈਕਸ਼ਨ ਹੋ ਜਾਊਗੀ, ਜਿਹਨੂੰ ਹੋਈ ਨੂੰ ਹੁਣ ਫਿਰ 11 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਿਆ? ਕੀ ਕਹਿੰਦੇ ਹੋ? ਤੁਹਾਡੀ ਗੱਲ ਹੋਈ ਆ ਜਸਟਿਸ ਰਿਟਾਇਰਡ SS ਸਾਰੋਂ ਨਾਲ, ਇਹ ਚੋਂ ਕੀ ਕੱਢਣ ਪਾਉਣ ਲਈ ਕੁਝ ਹੈਗਾ? ਅਸਲ ਦੇ ਵਿੱਚ ਸ਼੍ਰੋਮਣੀ ਕਮੇਟੀ ਇਸ ਗੱਲ ਲਈ ਇੱਕ ਬਹੁਤ ਵੱਡੀ ਮਾਨਤਾ ਰੱਖਦੀ ਹੈ ਕਿ ਇਹ ਚੁਣੀ ਹੋਈ ਬਾਡੀ ਹੈ। ਸਾਰਾ ਫੰਡ ਜੋ ਅਕਾਊਂਟ ਫਾਰ ਨੇ, ਸਿੱਖਾਂ ਦੀ ਪਾਰਲੀਮੈਂਟ ਹੈ, ਵੱਖ-ਵੱਖ ਟਾਈਪ ਦੇ, ਕਦੇ ਦੇਸ਼ 'ਚ ਇੱਕ ਮਿੰਨੀ ਪਾਰਲੀਮੈਂਟ, ਵੱਖ-ਵੱਖ ਲਕਬ ਦਿੱਤੇ ਜਾਂਦੇ ਨੇ ਕਿਉਂਕਿ ਇਹਦੇ ਪਿੱਛੇ ਬਹੁਤ ਵੱਡਾ ਇਤਿਹਾਸ ਹੈ। ਗੁਰਦੁਆਰਾ ਦੇ ਕਬਜ਼ੇ ਛਡਾਉਣੇ, ਮਹੰਤਾਂ ਤੋਂ ਇੱਕ ਜੱਦੋਜਹਿਦਾਂ ਕਰਨੀਆਂ, ਕੁਰਬਾਨੀਆਂ 'ਚੋਂ ਇੱਕ ਮਤਲਬ ਪ੍ਰਬੰਧਕ ਕਮੇਟੀ ਦੇ ਰੂਪ ਦੇ ਵਿੱਚ ਇੱਕ ਸਾਹਮਣੇ ਆਈ ਸੀ।
ਪਰ ਲਗਾਤਾਰ ਚੱਲਦੇ ਚੱਲਦੇ ਜਿਹੜਾ ਉਹ ਸ਼ਾਇਦ ਪਵਿੱਤਰ ਇੱਕ ਮਕਸਦ ਸੀ, ਜਿਹੜੇ ਮਕਸਦ ਨੂੰ ਅਚੀਵ ਕਰਨ ਤੋਂ ਬਾਅਦ ਫਿਰ ਇੱਕ ਪੋਲੀਟੀਕਲ ਐਂਗਲ ਉਹਦੇ ਵਿੱਚ ਆਉਂਦਾ। ਉਸ ਤੋਂ ਬਾਅਦ ਲਗਾਤਾਰ ਚੱਲਦੇ ਚੱਲਦੇ ਫਿਰ ਸ਼੍ਰੋਮਣੀ ਅਕਾਲੀ ਦਲ ਵੀ ਬਣਦਾ ਹੈ, ਫਿਰ ਲਗਾਤਾਰ ਚੋਣਾਂ ਹੋ ਕੇ ਫਿਰ ਇਹ ਵੀ ਆ ਜਾਂਦਾ ਕਿ ਸ਼੍ਰੋਮਣੀ ਕਮੇਟੀ ਤੇ ਕਾਬਜ਼ ਕੌਣ ਰਹੇਗਾ। ਜਿਹੜਾ ਅਕਾਲੀ ਦਲ 'ਚ ਟੁੱਟਾ ਫੁੱਟਾ ਵੀ ਪੈਂਦੀਆਂ ਰਹੀਆਂ, ਇਹ ਕੋਈ ਹੁਣ ਨਹੀਂ, ਮਾਸਟਰ ਤਾਰਾ ਸਿੰਘ, ਸਤਫਤਿਹ ਸਿੰਘ, ਵੱਖ-ਵੱਖ ਹੋਰ ਅਕਾਲੀ ਦਲ ਦੇ ਓਰੀਜਨਲ ਪੁਰਾਣੇ ਸਮੇਂ 'ਚ ਵੀ ਫੁੱਟਾਂ ਪੈਂਦੀਆਂ ਰਹੀਆਂ, ਤੇ ਮੰਨਿਆ ਜਾਂਦਾ ਰਿਹਾ ਹਮੇਸ਼ਾ ਕਿ ਜਿਹੜੀ ਧਿਰ ਦੀ ਸ਼੍ਰੋਮਣੀ ਕਮੇਟੀ 'ਚ ਮੈਜੋਰਟੀ ਹੈ ਤੇ ਉਹੀ ਅਸਲੀ ਅਕਾਲੀ ਦਲ ਹੈ। ਇਹ ਇੱਕ ਵਰਤਾਂਤ ਲਗਾਤਾਰ ਰਿਹਾ। ਔਰ ਫਿਰ ਜਦੋਂ ਪੋਲੀਟੀਕਲ ਐਂਗਲ ਉਹਦੇ ਵਿੱਚ ਇੱਕ ਹੋ ਗਿਆ ਤਾਂ ਕੁਝ ਪੋਲੀਟੀਕਲ ਮਕਸਦ ਹੋ ਗਏ ਆਪੋ ਆਪਣੇ। ਜਿਹੜੀਆਂ ਪੋਲੀਟੀਕਲ ਧਿਰਾਂ ਸੀ, ਜਿਹੜੀ ਕਾਬਜ਼ ਧਿਰ ਹੁੰਦੀ ਸੀ ਉਹਦੇ ਨੈਸ਼ਨਲ ਸੱਤਾ ਨਾਲ ਜਿਹੜੀ ਦੋਸਤੀ ਹੁੰਦੀ ਹੈ ਤੇ ਉਹ ਉੱਥੇ ਤੱਕ ਹੁੰਦੀ ਹੈ ਕਿ ਜੇ ਤਾਂ ਉਹਨੂੰ ਸ਼ੂਟ ਕਰਦਾ ਰਿਹਾ ਪਹਿਲਾਂ ਤਾਂ ਉਹ ਚੋਣ ਕਰਾ ਦੇ, ਜੇ ਨਹੀਂ ਸ਼ੂਟ ਕਰਦਾ ਤਾਂ ਨਾ ਕਰਾਵੇ ਚੋਣ ਕਿਸੇ ਨਾ ਕਿਸੇ ਰੂਪ ਦੇ ਵਿੱਚ। ਔਰ ਇਹ ਡਿਲੇ ਲਗਾਤਾਰ ਹੁੰਦੀ ਰਹੀ ਕਿਉਂਕਿ ਐਕਟ ਦੇ ਵਿੱਚ ਕੋਈ ਇਹੋ ਜਿਹੀ ਪਾਬੰਦੀ ਨਹੀਂ ਹੈ ਜਿਵੇਂ ਵੱਖ-ਵੱਖ ਕਾਨੂੰਨਾਂ ਦੇ ਵਿੱਚ ਹੈ। ਜੇ ਸਾਡੇ 73ਵੀਂ 74ਵੀਂ ਸੰਵਿਧਾਨ 'ਚ ਲੋਕਲ ਬਾਡੀ 'ਚ ਪਾਤਾ, ਪੰਚਾਇਤੀ ਰਾਜ 'ਚ ਪਾਤਾ। ਇਹ ਤੋਂ ਪਹਿਲਾਂ ਸਾਡੇ ਪੰਚਾਇਤਾਂ ਦੀਆਂ ਚੋਣਾਂ ਵੀ 16-16 ਸਾਲ ਬਾਅਦ ਹੋਈਆਂ ਨੇ। ਕੋਈ ਐ ਨਹੀਂ ਕਿ ਅਸੀਂ ਸਾਨੂੰ ਡੈਮੋਕ੍ਰੇਸੀ ਬਹੁਤ ਪਿਆਰੀ ਹੈ, ਪਰ ਇੱਕ ਕਾਨੂੰਨ 'ਚ ਲਿਖ ਦਿੱਤਾ ਗਿਆ ਕਿ ਇਹ 6 ਮਹੀਨੇ ਤੋਂ ਜ਼ਿਆਦਾ ਡਿਲੇ ਨਹੀਂ ਹੋ ਸਕਦੀਆਂ, ਨਹੀਂ ਸੰਵਿਧਾਨ 'ਚ ਸੋਧ ਕਰਨੀ ਪਏਗੀ। ਇਸ ਕਰਕੇ ਹੁਣ ਉਦੋਂ ਬਾਅਦ ਲਗਾਤਾਰ ਪਿਛਲੇ 30 ਸਾਲਾਂ ਤੋਂ ਲਗਾਤਾਰ ਜਿਹੜੀਆਂ ਹੋ ਰਹੀਆਂ ਨੇ ਉਹ ਰੁਕ ਨਹੀਂ ਰਹੀਆਂ ਉਸ ਪੱਧਰ ਦੇ ਉੱਤੇ। ਤਾਂ ਇੱਕ ਲਗਾਤਾਰ ਲੋਕਾਂ ਨੂੰ ਮੌਕਾ ਮਿਲਦਾ ਵੋਟ ਪਾਉਣ ਦਾ, ਵੋਟ ਬਾਕੀ ਕਰਨ ਦਾ। ਵਿਦਿਆਰਥੀ ਚੋਣਾਂ ਸਾਡੇ ਨਹੀਂ ਹੋਈਆਂ। 84 'ਚ ਕਿਹਾ ਸੀਗਾ ਕਿ ਕਿਤੇ ਜੀ ਖਾੜਕੂ ਤੇ ਕਾਬਜ਼ ਨਾ ਹੋ ਜੇ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ, ਉਦੋਂ ਖਾੜਕੂਬਾਦ ਦਾ ਨਾਂ ਲੈ ਕੇ ਬੰਦ ਕੀਤੀਆਂ ਤੇ ਅੱਜ ਤੱਕ ਬੰਦ ਨੇ। ਬਾਕੀ ਜਗ੍ਹਾ ਜਿੱਥੇ ਮਰਜੀ ਹੁੰਦੇ ਨੇ। ਇੱਕ ਤਾਂ ਇਹ ਅਪਰੋਚ ਹੈ ਉਸ ਲੈਵਲ ਦੀ। ਹੁਣ ਸ਼੍ਰੋਮਣੀ ਕਮੇਟੀ ਦੇ ਮਾਮਲੇ ਦੇ ਵਿੱਚ ਕੀ ਹੈ ਕਿ ਹਮੇਸ਼ਾ ਜਿਹੜੇ ਸਪਲੈਂਟਰ ਗਰੁੱਪ ਨੇ ਉਹ ਹਮੇਸ਼ਾ ਮੰਗ ਕਰਦੇ ਹੁੰਦੇ ਨੇ, ਕਰਦੇ ਰਹੇ ਨੇ ਕਿ ਸ਼੍ਰੋਮਣੀ ਕਮੇਟੀ ਦੀ ਚੋਣ ਜਲਦੀ ਕਰਾਓ ਔਰ ਤਾਂ ਕਿ ਅਸੀਂ ਸ਼੍ਰੋਮਣੀ ਕਮੇਟੀ ਪਹਿਲਾਂ ਸਾਂਭੀਏ ਤੇ ਉਸ ਤੋਂ ਬਾਅਦ ਫਿਰ ਦੇਖਾਂਗੇ ਪੋਲੀਟੀਕਲ ਸਪੀਅਰ। ਜਿਹੜਾ ਦੂਜੀ ਗੱਲ ਹੁੰਦੀ ਹੈ, ਦੂਜਾ ਗਰੁੱਪ ਉਹ ਚੁੱਪ ਰਹਿੰਦਾ, ਸਾਇਲੈਂਟ ਰਹਿੰਦਾ। ਤੇ ਸਟੇਟ ਦੀ ਗਵਰਨਮੈਂਟ ਦਾ ਵੀ ਆਪਣਾ ਰੋਲ ਹੁੰਦਾ, ਇੱਕ ਉਹਦੀ ਰਿਕਮੈਂਡੇਸ਼ਨ ਵੀ ਨਾਲ ਮੈਟਰ ਕਰਦੀ ਹੈ ਇਹਨਾਂ ਸਾਰੀਆਂ ਗੱਲਾਂ ਦੇ ਵਿੱਚ। ਔਰ ਇਸ ਕਰਕੇ ਹੁਣ ਜਿਹੜਾ ਇਹ ਮਾਮਲਾ ਚੱਲਿਆ ਸੀ ਪਹਿਲਾਂ ਵੱਡੇ ਪੱਧਰ ਤੇ ਸਹਿਜਧਾਰੀ ਨੂੰ ਬਾਹਰ ਕੱਢਣ ਦਾ ਤੇ ਬਾਕੀ ਹੈ ਉਹ ਲੰਮਾ ਸਮਾਂ ਚੱਲ ਗਿਆ ਕੋਰਟ ਦੇ ਵਿੱਚ। ਇਸ ਕਰਕੇ ਹੁਣ ਵਾਲੇ ਜਿਹੜੇ ਸਦਨ ਹੈਗਾ ਬੈਠਾ ਸ਼੍ਰੋਮਣੀ ਕਮੇਟੀ ਦਾ, ਇਹ ਵੈਲਿਡ ਹੈ ਜਾਂ ਨਹੀਂ ਵੈਲਿਡ, ਇਹ ਡਿਬੇਟ ਵੀ ਲਗਾਤਾਰ ਹੁੰਦੀ ਰਹੀ। ਔਰ ਫਿਰ ਹਰਿਆਣੇ ਦੀ ਕਮੇਟੀ ਅਲੱਗ ਬਣ ਗਈ। ਉਹ ਐਕਟ ਦੇ ਮਾਮਲੇ ਦੇ ਵਿੱਚ ਵੀ ਬੜਾ ਚਿਰ ਰੌਲਾ ਚੱਲਦਾ ਰਿਹਾ ਉਸ ਪੱਧਰ ਦੇ ਉੱਤੇ। ਹੁਣ ਇਹ ਗੱਲਾਂ ਲਗਭਗ ਸਮੂਥ ਜਿਹਾ ਹੋ ਗਈਆਂ, ਕਾਫੀ ਦੇਰ ਹੋ ਗਈ। ਅੱਛਾ, ਕਿਸਾਨ ਅੰਦੋਲਨ ਤੋਂ ਬਾਅਦ ਅਕਾਲੀ ਦਲ ਵੀ ਹੁਣ ਬੀਜੇਪੀ ਨਾਲ ਨਹੀਂ ਹੈ, ਕੇਂਦਰੀ ਸੱਤਾ ਦੇ ਨਾਲ ਨਹੀਂ ਹੈ। ਪੰਜਾਬ 'ਚ ਵੀ ਹੁਣ ਅਕਾਲੀ ਦਲ ਨਹੀਂ ਹੈ, ਇੱਥੇ ਵੀ ਆਮ ਆਦਮੀ ਪਾਰਟੀ ਹੈ। ਵਿਰੋਧੀ ਧਿਰਾਂ ਹਜੇ ਵੀ ਬਾਰ-ਬਾਰ ਮੰਗ ਕਰਦੀਆਂ ਨੇ। ਜਸਟਿਸ ਸਾਰੋ ਨੇ ਕਿਹਾ ਕਿ ਮੇਰੇ ਕੋਲ ਵਿਰੋਧੀ ਆਉਂਦੇ ਸੀ, ਬਾਰ-ਬਾਰ ਆਉਂਦੇ ਸੀ, ਮੈਂ ਕੀ ਕੀਤਾ ਵੀ ਮੈਂ ਹੁਣ ਕਹਿਤਾ ਵੀ ਚਲੋ ਜੀ ਆਪਾਂ ਵੋਟਾਂ ਬਣਾਉਣ ਦਾ ਇੱਕ ਚਿੱਠੀ ਕੱਢ ਦਿੰਦੇ ਆ ਕਿ ਤੁਸੀਂ ਵੋਟਾਂ ਬਣਾਓ ਤੇ ਬਾਕੀ ਅਜੇ ਡੈਡਲਾਈਨ ਕੋਈ ਨਹੀਂ। ਇਹ ਵੋਟਾਂ ਬਣਾਉਣ ਲਈ ਕਹਿ ਦਿੱਤਾ ਗਿਆ ਵੋਟਾਂ ਬਣਾਓ, ਉਹਦੀ ਕੋਈ ਟਾਈਮ ਲਿਮਿਟ ਹੋਵੇ, ਹੱਦਬੰਦੀ ਹੋਵੇ ਵੀ ਇੰਨੇ ਸਮੇਂ 'ਚ ਵੋਟਾਂ ਬਣਾਓ, ਇਸ ਤੋਂ ਬਾਅਦ ਸੁਧਾਈ ਕਰੋ, ਇਸ ਤੋਂ ਬਾਅਦ ਇਹ ਹੋ ਜਾਏਗਾ। ਅਜੇ ਮੈਨੂੰ ਲੱਗਦਾ ਇਹ ਇੱਕ ਇੰਨਾ ਕੁ ਲੋਲੀਪੌਪ ਹੈ ਜਿਹਦੇ ਨਾਲ ਸਾਰੇ ਸਰਗਰਮ ਜੇ ਹੋ ਜਾਣਗੇ ਜਿਹੜੇ ਸਿੱਖ ਪੋਲਿਟਿਕਸ ਵਾਲੇ ਬੰਦੇ ਨੇ ਕਿ ਚਲੋ ਜੀ ਫਟਾਫਟ ਆਪਾਂ ਲੋਕਾਂ ਨੂੰ ਮਿਲੀਏ, ਇੱਕ ਸਰਗਰਮੀ ਦਿਖਾਈ ਦੇਣ ਲੱਗ ਜਾਏਗੀ। ਔਰ ਵੋਟਾਂ ਜਾਂ ਚੋਣਾਂ ਹੋਣੀਆਂ ਹੀ ਉਦੋਂ ਨੇ ਜਦੋਂ ਕੇਂਦਰੀ ਗ੍ਰਹਿ ਮੰਤਰਾਲਾ ਤੇ ਪੰਜਾਬ ਦੀ ਆਪਣੀ ਇੱਥੋਂ ਦੀ ਸਰਕਾਰ ਤਾਂ ਨੇ ਇਹ ਲਿਖਤਾ ਹੁੰਦਾ ਵੀ ਹਾਂ ਕਰਾਈਆਂ ਜਾ ਸਕਦੇ ਨੇ, ਜੋ ਮਰਜ਼ੀ ਹੈ, ਅਸੀਂ ਤਾਂ ਸਾਰੇ ਪ੍ਰਬੰਧ ਬੰਦੋਬਸਤ ਕਰਾਂਗੇ। ਬਾਕੀ ਯੂਟੀ ਰਹਿ ਗਿਆ ਤੇ ਹਿਮਾਚਲ ਰਹਿ ਗਿਆ, ਹੁਣ ਰਿਹਾ ਹੀ ਨਹੀਂ ਅੱਗੇ ਹਰਿਆਣਾ ਵਗੈਰਾ ਤਾਂ ਨਾਲ ਰਿਹਾ ਹੀ ਨਹੀਂ। ਇੰਨਾ ਕਿ ਮਾਮਲਾ ਰਹਿ ਗਿਆ, ਮੇਨਲੀ ਪੰਜਾਬ ਰਹਿ ਗਿਆ। ਯੂਟੀ ਨੇ ਤਾਂ ਕੇਂਦਰ ਨਹੀਂ ਕਰਦਾ ਉਸੇ ਤਰੀਕੇ ਦਾ। ਫਿਰ ਉਹ ਹੌਲੀ ਹੌਲੀ ਮਤਲਬ ਇਹ ਚੋਣਾਂ ਹੋ ਸਕਦੀਆਂ ਨੇ। ਔਰ ਜੇ ਇਹ ਡੈਮੋਕ੍ਰੈਟਿਕ ਬਾਡੀ ਹੈ, ਜੇ ਰੀਅਲੀ ਉਸ ਟਾਈਪ ਦੀ ਪਾਰਲੀਮੈਂਟ ਦਾ ਅਸੀਂ ਰੁਤਬਾ ਦਿੰਦੇ ਆ ਤਾਂ ਕਿਸੇ ਵੀ ਸਰਕਾਰ ਨੂੰ ਇਹਦੇ ਸਮੇਂ ਸਿਰ ਚੋਣਾਂ ਕਰਾਉਣ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ। ਉਹ ਕਿਉਂ ਹਟਦੀ ਹੈ? ਸਿੱਖਾਂ ਨੇ ਆਪਣੀ ਪਾਰਲੀਮੈਂਟ ਚੋਣੀਆਂ, ਉਹਨਾਂ ਨੇ ਵੋਟਾਂ ਪਵਾਉਣੀਆਂ ਨੇ। ਤੁਹਾਡਾ ਕੀ ਇੰਟਰਸਟ ਹੈ ਜੀ ਇਹਦੇ ਵਿੱਚ ਲੈ ਕੇ? ਜੇ ਤੁਸੀਂ ਸਿਆਸਤ ਕਰ ਰਹੇ ਹੋ, ਤੁਸੀਂ ਵੀ ਕਿਸੇ ਸਿਆਸਤ ਦੀ ਗੇਮ ਖੇਡ ਰਹੇ ਹੋ ਕਿ ਨਹੀਂ ਜੀ ਇਹਨਾਂ ਨੂੰ ਝਟਕਾ ਦਿਓ, ਉਹਨੂੰ ਅੱਗੇ ਬਣਾਓ, ਇਹਨੂੰ ਅੱਗੇ ਬਣਾਓ, ਤਾਂ ਇਹ ਓਡਾ ਹੀ ਵੱਡਾ ਇਲਜ਼ਾਮ ਹੈ ਜਿਹੜਾ ਦੂਜੇ ਲਾਉਂਦੇ ਨੇ ਕਿਸੇ ਇੱਕ ਮਾਮਲੇ 'ਚ ਵੀ ਸਾਡੀ ਸਿਆਸਤ ਦਖਲ ਦੇ ਰਹੇ ਹੋ। ਮੈਨੂੰ ਲੱਗਦਾ ਦੋਨੇ ਸਰਕਾਰਾਂ ਜਿਹੜੀਆਂ ਕਹਿੰਦੀਆਂ ਨੇ ਸਾਡਾ ਸ਼੍ਰੋਮਣੀ ਕਮੇਟੀ ਨਾਲ ਕੋਈ ਦਖਲ ਨਹੀਂ, ਉਹਨਾਂ ਲਈ ਤਾਂ ਅੱਜ ਵਰਗਾ ਸੁਨਹਿਰੀ ਮੌਕਾ ਹੀ ਨਹੀਂ ਕਿ ਚੋਣਾਂ ਕਰਾ ਦੇਣ ਛੇਤੀ ਕੀਤੇ। ਚੋਣਾਂ ਕਰਾ ਕੇ ਤੇ ਆਪਣੇ ਆਪ ਵੋਟਿੰਗ ਹੋ ਜੂ ਤੇ ਫਰੈਸ਼ ਲੋਕ ਆ ਜਾਣਗੇ। ਹਾਲਾਂਕਿ ਇਹ ਅਜੇ ਵੀ ਕੁਝ ਅੜਚਣਾਂ ਹੈਗੀਆਂ ਨੇ
ਵੋਟਾਂ ਲਈ ਪੈਸੇ ਕਿੰਨੇ ਚਾਹੀਦੇ ਨੇ, ਚੋਣ ਪ੍ਰਬੰਧ ਲਈ ਕਿੰਨਾ ਕੀ ਚਾਹੀਦਾ। ਉਦੋਂ ਬਾਅਦ ਕੁਝ ਕੇਸ ਅਜੇ ਵੀ ਉਹ ਮਤਲਬ ਅਦਾਲਤਾਂ ਦੇ ਵਿੱਚ ਹੈਗੇ ਨੇ ਇਸ ਪੱਧਰ ਦੇ। ਪਰ ਹੁਣ ਇਹ ਕਮਿਸ਼ਨ ਨੂੰ ਕਲੀਅਰ ਕਰਨਾ ਚਾਹੀਦਾ ਕਿ ਕੋਈ ਇਹੋ ਜਿਹਾ ਕੇਸ ਵੀ ਹੈ ਜਿਹੜਾ ਅੜਚਨ ਪੈਦਾ ਕਰਦਾ। ਜੇ ਅੜਚਨ ਪੈਦਾ ਨਹੀਂ ਕਰਦਾ ਤਾਂ ਗੌਰਮੈਂਟਾਂ ਦਾ ਮੈਨੂੰ ਲੱਗਦਾ ਜਗਜਾਰ ਉਹਨਾਂ ਨੂੰ ਕਰਨਾ ਚਾਹੀਦਾ ਕਿ ਫਿਰ ਜੇ ਕਿਹੜੀ ਗੌਰਮੈਂਟ ਦਾ ਇਸ਼ਾਰਾ ਨਹੀਂ ਹੈ, ਹਜੇ ਕਿਹੜੀ ਗੌਰਮੈਂਟ ਦਾ ਮਨ ਨਹੀਂ ਬਣਿਆ, ਗੌਰਮੈਂਟ ਆਫ ਇੰਡੀਆ ਦਾ ਨਹੀਂ ਬਣਿਆ, ਪੰਜਾਬ ਦਾ ਨਹੀਂ ਬਣਿਆ, ਜਾਂ ਕਿਸੇ ਇੱਕ ਧਿਰ ਦਾ ਜਿਹੜੀ ਚੋਣ ਲੜਨ ਵਾਲੀ ਹੈ ਉਹਦਾ ਨਹੀਂ ਬਣਿਆ, ਲੋਕਾਂ ਦੇ ਸਾਹਮਣੇ ਸਫਾਈ ਇੱਕ ਪਾਰਦਰਸ਼ੀ ਤਰੀਕੇ ਨਾਲ ਆਉਣੀ ਚਾਹੀਦੀ ਹੈ। ਜੀ ਬਿਲਕੁਲ ਠੀਕ ਹੈ। ਸਰਦਾਰ ਜਗਤਾਰ ਸਿੰਘ ਜੀ, ਇਹ ਪੱਤਰ ਨੰਬਰ 41 ਹੈ ਤੇ 25 ਤਰੀਕ ਨੂੰ ਜਾਰੀ ਕੀਤਾ ਗਿਆ। ਮਤਲਬ ਇਹ 2 ਦਿਨ ਪਹਿਲਾਂ 3 ਦਿਨ ਪਹਿਲਾਂ ਇਹ ਪੱਤਰ ਲਿਖਿਆ ਗਿਆ। ਇਹ ਡਾਕ ਚ ਪੈਂਦਿਆਂ ਵੀ ਦਿਹਾੜੀ ਲੈ ਜਾਂਦਾ ਹੁੰਦਾ। ਮੈਨੂੰ ਕਮਿਸ਼ਨ ਦੇ ਕੰਮਕਾਜ ਦੀ ਥੋੜੀ ਜਿਹੀ ਜਾਣਕਾਰੀ ਜਿੰਨੀ ਕੁ ਹੈਗੀ ਆ। ਵੈਸੇ ਸਤਿਕਾਰਯੋਗ ਜਸਟਿਸ ਸਾਰੋਂ ਸਾਹਿਬ ਨੂੰ ਇਹ ਬੇਨਤੀ ਵੀ ਆ, ਤੁਸੀਂ ਜਸਟਿਸ ਹੋ, ਦਮ ਦਿਖਾਓ, ਕਰੋ ਤਾਂ ਤਲਬ ਸੰਬੰਧਿਤ ਲੋਕ ਕਿਉਂ ਨਹੀਂ ਚੋਣਾਂ ਹੋਣ ਦੇ ਵਿੱਚ ਸਹਿਯੋਗ ਕਰ ਰਹੇ? ਕਿਉਂ ਨਹੀਂ ਉਹ ਤੁਹਾਡੀ ਕਿਸੇ ਗੱਲ ਨੂੰ ਹੁੰਗਾਰਾ ਭਰਦੇ? ਜੇ ਨਹੀਂ ਭਰਦੇ ਤਾਂ ਜਿਵੇਂ ਤੁਸੀਂ ਅਕਸਰ ਗੈਰ ਰਸਮੀ ਗੱਲਬਾਤ ਦੇ ਵਿੱਚ ਜ਼ਿਕਰ ਕਰ ਜਾਂਦੇ ਹੋ, ਔਰ ਜੇਕਰ ਸੱਚਮੁੱਚ ਇੱਕ ਏਡੇ ਵੱਡੇ ਰਿਟਾਇਰਡ ਜਸਟਿਸ ਕੋਲ ਵੀ ਇਹ ਅਖਤਿਆਰਾਤ ਨਹੀਂ, ਤਾਂ ਫਿਰ ਕੀ ਇਹ ਬਿਨਾਂ ਦੰਦਾਂ ਵਾਲਾ ਸ਼ੇਰ ਹੈ? ਇਹ ਵੀ ਕਮਿਸ਼ਨ, ਇਹ ਸਵਾਲ ਹੈ। ਤੁਸੀਂ ਨਿਰਧਾਰਤ ਕੀਤੇ ਗਏ ਹੋ, ਨਾਮਜ਼ਦ ਕੀਤੇ ਗਏ ਹੋ, ਚੁਣੇ ਗਏ ਹੋ ਚੋਣਾਂ ਕਰਾਉਣ ਲਈ, ਤੇ ਫਿਰ ਉਸ ਤੋਂ ਬਾਅਦ ਵਰਤੋਂ ਕਰੋ, ਆਪਣੇ ਅਖਤਿਆਰਾਤ ਦੀ ਵਰਤੋਂ ਕਰੋ, ਔਰ ਫਿਰ ਖਿੱਚ ਕੇ ਉਹ ਸਾਰੇ ਚੁਰਾਏ ਨੰਗੇ ਕਰ ਦਿਓ ਜਿਹੜੇ ਇਹਦੇ ਚ ਟਾਲਾ ਵੱਟਦੇ ਆ, ਜਿਹੜੇ ਇਹਦੇ ਵਿੱਚ ਸਪੋਰਟ ਨਹੀਂ ਕਰਦੇ, ਜਾਂ ਕਿਹੜੀਆਂ ਧਿਰਾਂ ਨੇ ਜਿਨ੍ਹਾਂ ਨੂੰ ਵਾਰਾ ਨਹੀਂ ਖਾਂਦੀਆਂ ਇਹ ਚੋਣਾਂ ਹੋਣੀਆਂ। ਇਹ ਸਵਾਲ ਬਹੁਤ ਵੱਡੇ ਆ ਸਰਦਾਰ ਜਗਤਾਰ ਸਿੰਘ ਜੀ। ਉਸ ਵੇਲੇ ਜਦੋਂ ਕਿ ਬੀਬੀ ਜਗੀਰ ਕੌਰ 2 ਕੁ ਦਿਨ ਬਾਅਦ ਆਪਣੇ ਇੱਕ ਨਵੇਂ ਪ੍ਰੋਗਰਾਮ ਦਾ ਐਲਾਨ ਕਰਨ ਵਾਲੇ ਆ, ਔਰ ਸਾਡੇ ਕੋਲ ਕਨਸੋ ਛਣ ਕੇ ਆ ਰਹੀ ਹੈ ਕਿ ਜੇ ਇਲੈਕਸ਼ਨ ਨਵੰਬਰ ਤੱਕ ਨਹੀਂ ਹੁੰਦੀ ਤੇ ਬੀਬੀ ਜਗੀਰ ਕੌਰ ਅੰਦਰ ਖਾਤੇ ਸ਼੍ਰੋਮਣੀ ਕਮੇਟੀ ਦੇ ਨਾਰਾਜ਼ ਮੈਂਬਰ ਜਿਹੜੇ ਉਹਨਾਂ ਤੱਕ ਵੀ ਰਾਬਤਾ ਕਰ ਰਹੇ। ਆਉਂਦੇ ਦਿਨਾਂ ਦੇ ਵਿੱਚ ਇਹ ਸੰਕਟ ਕਾਫੀ ਸੰਘਣਾ ਹੋਣ ਦੀ ਗੁੰਜਾਇਸ਼ ਹੈ। ਪਰ ਸ਼੍ਰੋਮਣੀ ਕਮੇਟੀ ਦੀ ਚੋਣ ਕਦੋਂ ਹੋਊਗੀ ਇਹ ਅਸਮੰਜਸ ਹੈ। ਇਹ ਸਥਿਤੀਆਂ ਦੇ ਵਿੱਚ ਅਜੇ ਵੀ ਇਹ ਭੰਬਲ ਭੂਸਾ ਹੈ, ਇਹਦੇ ਵਿੱਚ ਕੁਝ ਵੀ ਦੂਰ ਤੱਕ ਦਿਸਦਾ ਨਜ਼ਰ ਨਹੀਂ ਆਉਂਦਾ। ਕੀ ਕਹਿੰਦੇ ਹੋ? ਜਦੋਂ ਵੋਟਾਂ ਬਣਨੀਆਂ ਸ਼ੁਰੂ ਹੁੰਦੀਆਂ ਇਹਦਾ ਮਤਲਬ ਇਹ ਹੈ ਕਿ ਇਲੈਕਸ਼ਨ ਪ੍ਰੋਸੈਸ ਸ਼ੁਰੂ ਹੋ ਗਿਆ ਫਾਰਮਲੀ। ਬਾਕੀ ਉਸ ਤੋਂ ਬਾਅਦ ਯੂਨੀਅਨ ਹੋਮ ਮਿਨਿਸਟਰੀ ਨੇ ਫੈਸਲਾ ਕਰਨਾ ਹੈ ਕਿ ਇਲੈਕਸ਼ਨ ਕਰਾਉਣਾ। ਮੈਂ ਬਾਅਦ ਚ ਇਸ ਗੱਲ ਤੇ ਆਉਣਾ। ਇਨ ਬਰੀਫ 1849 ਜਦੋਂ ਪੰਜਾਬ ਤੇ ਅੰਗਰੇਜ਼ਾਂ ਨੇ ਕਬਜ਼ਾ ਕੀਤਾ ਉਦੋਂ ਲੈ ਕੇ 1947 ਤੱਕ 1920 ਦਾ ਸਾਲ ਸਿੱਖ ਸਿਆਸੀ ਤੇ ਧਾਰਮਿਕ ਵਰਤਾਰੇ ਵਿੱਚ ਸਭ ਤੋਂ ਇੰਪੋਰਟੈਂਟ ਹੈ। 1920 ਦੇ ਵਿੱਚ ਨਵੰਬਰ 15 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਪ੍ਰਾਈਵੇਟ ਬਾਡੀ ਦੇ ਰੂਪ ਦੇ ਵਿੱਚ ਬਣੀ ਸੀ। ਇਹਦੇ ਨਾਲ ਜਿਹੜੇ ਸਿੱਖ ਸਿਆਸੀ ਪਾਵਰ ਸੀ ਇਹਦਾ ਸੰਗਠਨ ਹੋਇਆ ਸੀ। ਸੋ ਜਦੋਂ ਆਪਾਂ ਕਹਿੰਦੇ ਵੀ ਇਹ ਸਿਆਸੀ ਪਾਰਟੀ ਬਣ ਗਈ, ਇਹਦਾ ਧਿਰ ਹੀ ਜਿਹੜੀ ਇਹਦਾ ਓਰੀਜਨ ਹੈ ਉਹ ਸਿਆਸੀ ਹੈ। ਗੁਰਦੁਆਰਾ ਮੈਨੇਜਮੈਂਟ ਉਹਦਾ ਇੱਕ ਐਸਪੈਕਟ ਹੈ। ਅਸੀਂ ਇਹਨੂੰ ਜਿਹੜੀ ਸਿੱਖ ਪਾਵਰ ਇੰਸਟੀਟਿਊਸ਼ਨਲਾਈਜ਼ ਹੁੰਦੀ ਹੈ ਉਹਦਾ ਸਾਲ 1920 ਲੈਣੇ ਇਸੇ ਕਰਕੇ ਜੀ। ਤੇ ਸ਼ੁਰੂ ਦੇ ਵਿੱਚ ਐਸਜੀਪੀਸੀ ਦਾ ਪ੍ਰਧਾਨ ਤੇ ਅਕਾਲੀ ਦਲ ਦਾ ਪ੍ਰਧਾਨ ਇੱਕੋ ਹੀ ਲੀਡਰ ਰਿਹਾ। ਮਾਸਟਰ ਤਾਰਾ ਸਿੰਘ ਵਰਗੇ, ਖੜਕ ਸਿੰਘ ਵਰਗੇ ਲੋਕ ਜਿਹੜੇ ਸੀਗੇ, ਹੋਰ ਵੀ ਬਾਅਦ ਦੇ ਵਿੱਚ ਵੀ। ਸੋ ਇਹ ਆਪਸ ਲਗਾਤਾਰ ਚੱਲਦਾ ਰਿਹਾ 47 ਤੱਕ ਇਸ ਤਰ੍ਹਾਂ ਹੀ। ਸੋ ਇਹਦੇ 'ਚ ਕੋਈ ਬਹੁਤੀ ਡਿਸਟਿੰਕਸ਼ਨ ਨਹੀਂ ਸੀ ਹੁੰਦੀ। ਉਸ ਤੋਂ ਬਾਅਦ ਵਰਤਾਰਾ ਹੋਰ ਸੀਗਾ। ਪਹਿਲਾਂ ਇਲੈਕਸ਼ਨਸ ਵੀ ਆਲਮੋਸਟ ਟਾਈਮ ਸਿਰ ਹੁੰਦੇ ਰਹੀਆਂ 66 ਤੱਕ ਜੀ। 79 ਤੋਂ ਬਾਅਦ ਸਮੱਸਿਆ ਇਲੈਕਸ਼ਨ ਦੀ ਆਈ ਹੈ, ਕਿਉਂਕਿ ਉਸ ਤੋਂ ਬਾਅਦ ਅਸੈਂਬਲੀ ਇਲੈਕਸ਼ਨ ਵੀ ਨਹੀਂ ਹੋਈਆਂ ਪੰਜਾਬ 'ਚ। ਸਿਚੁਏਸ਼ਨ ਹੀ ਸਾਰੀ ਬਦਲ ਗਈ ਸੀਗੀ। ਹੁਣ ਜ਼ਰੂਰ ਇਹ ਜਿਹੜਾ ਕੇਸ ਸਹਿਜਧਾਰੀਆਂ ਦਾ ਗਿਆ ਉਹਦੇ ਕਰਕੇ ਲਗਾਤਾਰ ਹੀ ਡਿਲੇ ਹੁੰਦੀ ਗਈ। ਖੈਰ ਉਹ ਇਤਿਹਾਸ ਹੈ। ਅੱਜ ਦੀ ਤਰੀਕ ਦੇ ਵਿੱਚ ਸਿਚੁਏਸ਼ਨ ਕੀ ਹੈ, ਅਸਲੀ ਆਪਾਂ ਇੱਥੇ ਆਉਂਦੇ ਤੇ ਇਲੈਕਸ਼ਨ ਕਰਾਉਣ ਦੇ ਵਿੱਚ ਕੀ ਰੁਕਾਵਟ ਹੋ ਸਕਦੀ ਹੈ। ਪਹਿਲੀ ਗੱਲ, ਹੁਣ ਵੀ ਕੇਂਦਰ ਸਰਕਾਰ ਨੂੰ ਜਾਂ ਏਜੰਸੀਆਂ ਨੂੰ ਖਦਸ਼ਾ ਰਹਿੰਦਾ ਹੈ ਕਿ ਪੰਜਾਬ ਦੇ ਵਿੱਚ ਕਿਤੇ ਇਹ ਜਿਹੜੀ ਰੈਡੀਕਲ ਸਿਆਸਤ ਹੈ ਇਹ ਥਰੂ ਐਸਜੀਪੀਸੀ ਡੋਮੀਨੇਟ ਨਾ ਕਰ ਜਾਏ। ਇਹ ਗੱਲ ਅਗਲੇ ਕਹਿੰਦੇ ਨਹੀਂ ਹੁੰਦੇ, ਲੇਕਿਨ ਕਨਵੇ ਹੋਇਆ ਕਰਦੀ ਹੈ ਕਿ ਇਹਦੇ ਪਿੱਛੇ ਇਹ ਜਿਹੜਾ ਵਰਤਾਰਾ ਹੈ ਜਾਂ ਥਿੰਕਿੰਗ ਹੈ ਉਹ ਇਹ ਹੈ। ਤੁਸੀਂ ਕਿਸੇ ਲੀਡਰ ਨਾਲ ਗੱਲ ਕਰ ਲਓ ਪ੍ਰਾਈਵੇਟਲੀ, ਤੁਹਾਨੂੰ ਉਹ ਸਾਰੀ ਇਹ ਗੱਲ ਸ਼ੇਅਰ ਕਰ ਦੇਣਗੇ। ਖਾਸ ਕਰਕੇ ਪਿੱਛੇ ਜਦੋਂ ਗੱਲ ਚੱਲੀ ਸੀ ਕਿ ਜ਼ੋਰ ਫੜੀ ਸੀ ਕਿ ਐਸਜੀਪੀਸੀ ਇਲੈਕਸ਼ਨ ਕਰਵਾਈ ਜਾਵੇ, ਫਿਰ ਅਮਰਤਪਾਲ ਦਾ ਵਰਤਾਰਾ ਵਿੱਚ ਆ ਗਿਆ। ਫਿਰ ਅਸੈਸਮੈਂਟ ਹੋਈ
ਕਿ ਕੀ ਇਹ ਜਿਹੜਾ ਵਰਤਾਰਾ ਹੈ ਅਮਰਤਪਾਲ ਦਾ, ਇਹ ਇਲੈਕਸ਼ਨ ਐਸਜੀਪੀਸੀ ਨੂੰ ਡਿਸਟੋਰਟ ਕਰ ਸਕਦਾ ਹੈ। ਡਿਸਟੋਰਟ ਤੋਂ ਮੇਰਾ ਮਤਲਬ ਕਿ ਇਹ ਲੋਕ ਹੀ ਹੈਵੀ ਆਪਣੇ ਡੋਮੀਨੇਟ ਕਰ ਸਕਦੇ ਹੈ। ਉਹਦਾ ਕਾਰਨ ਹੈ ਅਕਾਲੀ ਦਲ ਬਹੁਤ ਵੀਕ ਹੈ। ਜਿਹੜਾ ਬਰਗਾੜੀ ਦਾ ਫਿਨਾਮਨਾ ਹੈ, ਉਹਨੇ ਅਕਾਲੀ ਦਲ ਨੂੰ ਉਸ ਤੋਂ ਬਾਅਦ ਉੱਠਣ ਨਹੀਂ ਦਿੱਤਾ। ਉਹਨਾਂ ਨੂੰ ਰਿਲਾਈਜ਼ ਹੋਵੇ ਨਾ ਹੋਵੇ, ਲੇਕਿਨ ਗ੍ਰਾਸ ਰੂਟ ਤੇ ਸਿਚੁਏਸ਼ਨ ਅੱਜ ਵੀ ਉਹੀ ਹੈ ਜਿਹੜੀ 2016 ਦੇ ਵਿੱਚ ਸੀਗੀ। ਸੋ ਇਸ ਕਰਕੇ ਸੈਂਟਰ ਨੂੰ ਖਦਸ਼ਾ ਇਹ ਹੈ ਕਿ ਜਦ ਤੱਕ ਕੋਈ ਮੋਡਰੇਟ ਧਿਰ, ਮੋਡਰੇਟ ਦਾ ਮਤਲਬ ਸਧਾਰਨ ਜਿਹੜੇ ਨਾਰਮਲ ਅਕਾਲੀ ਦਲ ਹੈ, ਸਿੱਖਾਂ ਦਾ ਗਰੁੱਪ, ਉਹ ਤਾਕਤ ਨਹੀਂ ਫੜਦਾ, ਉਦੋਂ ਤੱਕ ਉਹ ਮੇਰੇ ਖਿਆਲ 'ਚ ਇਲੈਕਸ਼ਨ ਕਰਾਉਣ ਦੇ ਮੂਡ ਦੇ ਵਿੱਚ ਨਹੀਂ ਹੈ। ਬੇਸਿਕ ਇਸ਼ੂ ਇਹ ਹੈ, ਜਿਹੜੀ ਗੱਲ ਮਾੜੀ ਮੋਟੀ ਇਨਫੋਰਮੇਸ਼ਨ ਵੀ ਆ ਰਹੀ ਹੈ ਤੇ ਮੇਰੀ ਅਸੈਸਮੈਂਟ ਵੀ ਹੈ ਜਿਹੜੀ ਸਿੱਖ ਸਿਆਸਤ ਨੂੰ ਸਟੱਡੀ ਕਰਦੇ ਆ ਪਿਛਲੇ ਵਰਤਾਰੇ ਦੇ ਵਿੱਚ। ਸੋ ਇੱਕ ਕੋਸ਼ਿਸ਼ ਹੋ ਰਹੀ ਹੈ ਹੁਣ, ਜਿਵੇਂ ਬੀਬੀ ਜਗੀਰ ਕੌਰ ਦਾ ਤੁਸੀਂ ਜ਼ਿਕਰ ਕੀਤਾ ਵੀ 2 ਦਿਨ ਬਾਅਦ ਕੋਈ ਅਨਾਉਂਸਮੈਂਟ ਕਰ ਸਕਦੇ ਆ। ਉਹਨਾਂ ਨੇ ਸ਼ੁਰੂ 'ਚ ਕੋਸ਼ਿਸ਼ ਕੀਤੀ ਸੀ ਕਿ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੀ ਪਾਰਟੀ ਦੇ ਨਾਲ ਮਿਲ ਕੇ, ਜਾਂ ਜਿੰਨੇ ਵੀ ਨਾਨ ਬਾਦਲ ਗਰੁੱਪਸ ਹੈਗੇ ਆ, ਮੈਂ ਨਾਨ ਬਾਦਲ ਜਾਣ ਕੇ ਕਿਹਾ, ਮੈਂ ਨਾਨ ਅਕਾਲੀ ਦਲ ਨਹੀਂ ਕਿਹਾ, ਅਕਾਲੀ ਦਲ ਤਾਂ ਸਾਰੀ ਹੈਗੀ ਹੈ। ਸੋ ਜਿਹੜੇ ਨਾਨ ਬਾਦਲ ਗਰੁੱਪਸ ਹੈਗੇ ਉਹਨਾਂ ਨੇ ਮੋਬਿਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਸੀ। ਹੁਣ ਦਿੱਕਤ ਇਹ ਹੈ ਕਿ ਢੀਂਡਸਾ ਜੀ ਕਦੇ ਐਕਟਿਵ ਹੋਏ ਨਹੀਂ। ਜਦੋਂ ਦੀ ਪਾਰਟੀ ਉਹਨਾਂ ਨੇ ਬਣਾਈ ਉਹ ਫੱਟਾ ਪਾਰਟੀ ਰਹਿ ਗਈ। ਤਾਂ ਉਦੋਂ ਖਬਰਾਂ ਵੀ ਛਪੀਆਂ ਸੀਗੀਆਂ ਕਿ ਉਹ ਬੀਬੀ ਜਗੀਰ ਕੌਰ ਨੂੰ ਸਾਰਾ ਕੁਝ ਆਪਣਾ ਜਿਹੜਾ ਸਿਸਟਮ ਹੈ ਉਹ ਹੈਂਡ ਓਵਰ ਕਰਨ ਨੂੰ ਤਿਆਰ ਹੈ ਕਿ ਜੇ ਬੀਬੀ ਅੱਗੇ ਲੱਗਣ ਪ੍ਰਧਾਨ ਬਣਾਉਣ, ਨਵੀਂ ਪਾਰਟੀ ਬਣਾ ਲੈਣ ਤਾਂ ਅਸੀਂ ਸਾਰੇ ਤਿਆਰ ਹੈ। ਉਹ ਗੱਲ ਮੈਨੂੰ ਲੱਗਦਾ ਕਿਤੇ ਵਿੱਚ ਰਹਿ ਗਈ, ਪਤਾ ਨਹੀਂ ਕੀ ਹੁੰਦਾ ਕੀ ਨਹੀਂ, ਕਿਉਂਕਿ ਹਰ ਬੰਦਾ ਆਪਣੀ ਪਾਰਟੀ ਬਣਾ ਕੇ ਰੱਖਣਾ ਚਾਹੁੰਦਾ ਹੈ। ਇਸ ਤਰ੍ਹਾਂ ਹੀ ਇੱਕ ਪਾਰਟੀ ਸਰਦਾਰ ਰਵੀਰ ਇੰਦਰ ਸਿੰਘ ਦੀ ਹੈਗੀ ਅਕਾਲੀ ਦਲ 1920, ਜਿਹਦੀ ਐਕਟੀਵਿਟੀ ਕੋਈ ਨਹੀਂ ਨਾ ਹੈਗਾ। ਸੋ ਇਸ ਤਰ੍ਹਾਂ ਦੇ ਗਰੁੱਪ ਹੈਗੇ ਹੈ। ਬੀਬੀ ਖੁਦ ਐਕਟਿਵ ਹੈਗੇ ਹੈ, ਇਹਨਾਂ ਬਾਕੀ ਲੀਡਰਾਂ 'ਚ ਕੋਈ ਬੰਦਾ ਐਕਟਿਵ ਨਹੀਂ ਹੈ। ਤੇ ਮੇਰੇ ਖਿਆਲ 'ਚ ਉਹਨਾਂ ਦਾ ਨਿਸ਼ਾਨਾ ਵੀ ਫਿਲਹਾਲ ਸ਼੍ਰੋਮਣੀ ਕਮੇਟੀ ਦੇ ਇਲੈਕਸ਼ਨ ਤੱਕ, ਜਿਹੜੀ ਉਹਨਾਂ ਦੀ ਪਿੱਛੇ ਗਤੀਵਿਧੀ ਜਲੰਧਰ ਤੇ ਇਹਨਾਂ ਏਰੀਆਜ਼ ਦੇ ਵਿੱਚ ਰਹੀ, ਤੇ ਉਹਨਾਂ 'ਚ ਮੇਰੇ ਖਿਆਲ ਉਹ ਇਹੀ ਗੱਲ ਕਰਦੇ ਰਹੇ ਹੈ ਵੀ ਐਸਜੀਪੀਸੀ ਵਾਸਤੇ ਸਾਰਿਆਂ ਨੂੰ ਮੋਬਿਲਾਈਜ਼ ਕੀਤਾ ਜਾਵੇ। ਸੋ ਜੇ ਉਹਨਾਂ ਦਾ ਨਿਸ਼ਾਨਾ ਫਿਲਹਾਲ ਐਸਜੀਪੀਸੀ ਇਲੈਕਸ਼ਨ ਹੈ, ਮੇਰੇ ਖਿਆਲ 'ਚ ਇੱਥੇ ਹੀ ਰੱਖਣਾ ਚਾਹੀਦਾ ਹੈ ਜੇ ਉਹਨਾਂ ਨੂੰ। ਤੇ ਇਹ ਚਾਂਸਸ ਬਣ ਸਕਦੇ ਹੈ ਕਿ ਐਸਜੀਪੀਸੀ ਇਲੈਕਸ਼ਨ ਹੋਣ, ਤਾਂ ਕਿ ਸੈਂਟਰ ਨੂੰ ਵੀ ਇਹ ਥੋੜਾ ਜਿਹਾ ਕੌਨਫੀਡੈਂਸ ਹੋ ਜਾਵੇ ਕਿ ਇੱਕ ਧਿਰ ਨਵੀਂ ਉੱਠ ਰਹੀ ਹੈ ਜਿਹਦੇ ਨਾਲ ਤੇ ਸਿੱਖ ਡਿਪੈਂਡ ਕਰ ਸਕਦੇ ਹੈ। ਇਹ ਵਿਸ਼ਵਾਸ ਬੀਬੀ ਤੇ ਉਹਨਾਂ ਦੇ ਸਾਥੀਆਂ ਨੇ ਦਿਵਾਉਣਾ ਹੈ ਪੰਜਾਬ ਦੇ ਸਿੱਖਾਂ ਨੂੰ ਕਿ ਉਹ ਇੱਕ ਵਾਇਬਲ ਆਲਟਰਨੇਟਿਵ ਇਹਨਾਂ ਚੋਣਾਂ ਦੇ ਵਿੱਚ, ਮੈਂ ਅਸੈਂਬਲੀ ਇਲੈਕਸ਼ਨ ਦੀ ਗੱਲ ਨਹੀਂ ਕਰ ਰਿਹਾ, ਐਸਜੀਪੀਸੀ ਦੇ ਜਨਰਲ ਹਾਊਸ ਇਲੈਕਸ਼ਨ ਦੇ ਵਿੱਚ ਇੱਕ ਵਾਇਬਲ ਆਲਟਰਨੇਟਿਵ ਉਹ ਦੇ ਸਕਦੇ ਆ। ਇਹਨਾਂ ਦਾ ਆਪਣਾ ਰਿਕਾਰਡ ਐਸਜੀਪੀਸੀ ਉਹ ਕਲੀਨ ਰਿਹਾ। ਸਰਦਾਰ ਹਮੀਤ ਸਿੰਘ ਜੀ, ਜਿਸ ਤਰ੍ਹਾਂ ਬੀਬੀ ਜਗੀਰ ਕੌਰ ਚੱਲ ਰਹੇ ਨੇ, ਜੇਕਰ ਉਹ ਕਾਫੀ ਲੋਕਾਂ ਨੂੰ ਨਾਲ ਲੈਣ 'ਚ ਸਫਲ ਹੋ ਜਾਂਦੇ, ਜੇ ਮੈਂ ਸ਼ਬਦ ਵਰਤ ਰਿਹਾ, ਮੈਂ ਤੁਹਾਡੇ ਤੋਂ ਸਵਾਲ ਵੀ ਪੁੱਛਣਾ ਕਿ ਕੀ ਸਫਲਤਾ ਦੀ ਗੁੰਜਾਇਸ਼ ਰਹਿੰਦੀ ਹੈ? ਅਸਲ ਦੇ ਵਿੱਚ ਅਜੇ ਤੱਕ ਤਾਂ ਨਹੀਂ ਮੈਨੂੰ ਲੱਗਦਾ ਕਿ ਅਕਾਲੀ ਦਲ ਦੇ ਅਲਟਰਨੇਟਿਵ ਜੋਗਾ ਕੋਈ ਧੜਾ ਖੜਾ ਹੋ ਰਿਹਾ ਹੈ। ਉਹਦਾ ਰੀਜਨ ਹੈ, ਰੀਜਨ ਬਹੁਤ ਵੱਡੇ ਨੇ। ਇੱਕ ਗੱਲ ਪੰਜਾਬ ਦੇ ਸਿੱਖਾਂ 'ਚ ਇਹ ਗੱਲ ਹੈ, ਕਿਸਾਨ ਅੰਦੋਲਨ ਤੋਂ ਬਾਅਦ ਔਰ ਕਿਸਾਨ ਅੰਦੋਲਨ ਦੇ ਦੌਰਾਨ ਵੀ ਮੈਨੂੰ ਇਹ ਲੱਗਦਾ ਕਿ ਪੇਂਡੂ ਸੈਕਸ਼ਨ ਦਾ ਜਿਹੜਾ ਐਕਚੁਅਲੀ ਸਿੱਖੀ ਕਾਹਦੇ ਤੇ ਖੜੀ ਹੈ, ਕਿਸਾਨੀ ਔਰ ਸਿੱਖੀ ਲਗਭਗ ਬਰਾਬਰ ਜਿਹੀ ਇੱਕੋ ਦੂਜੇ ਦੇ ਵਿੱਚ ਸੰਬੰਧਿਤ ਨੇ, ਸ਼ਾਮਲ ਨੇ, ਮਤਲਬ ਕੋਈ ਅਲੱਗ ਨਹੀਂ ਕਰਕੇ ਦੇਖ ਸਕਦੇ। ਉਹ ਬੀਜੇਪੀ ਨੂੰ ਅਜੇ ਤੱਕ ਨਹੀਂ ਆਉਣ ਕਰਨ ਲਈ ਤਿਆਰ। ਹਰ ਇਲੈਕਸ਼ਨ ਦੱਸਦੀ ਹੈ, ਜਲੰਧਰ ਇਲੈਕਸ਼ਨ ਵੀ ਪੇਂਡੂ ਖੇਤਰ ਦੀ ਦੱਸਦੀ ਹੈ, ਬਾਕੀ ਜਗ੍ਹਾ ਵੀ ਦੱਸਦੀ ਹੈ, ਚਾਹੇ ਕੁਝ ਅਲੀਟ ਚਿਹਰੇ ਜਾ ਰਹੇ ਨੇ, ਉਹ ਇੱਕ ਅਲੱਗ ਗੱਲ ਹੈ। ਇਹਨਾਂ ਚੋਂ ਕੋਈ ਵੀ ਧੜਾ ਇਹੋ ਜਿਹਾ ਨਹੀਂ ਜਿਹੜਾ ਬੀਜੇਪੀ ਤੋਂ ਬਿਨਾਂ ਆਜ਼ਾਦ ਹੈਸੀਅਤ ਦੇ ਤੌਰ ਤੇ ਕੋਈ ਏਜੰਡਾ ਲੈ ਕੇ ਉਸ ਏਜੰਡੇ ਨੂੰ ਲੋਕਾਂ 'ਚ ਪਾਪੂਲਰ ਕਰਕੇ ਆਪਣੇ ਦਮ ਤੇ ਖੜਾ ਹੋਣ ਦੀ ਹਿੰਮਤ ਵੀ ਕਰ ਪਾ ਰਿਹਾ ਹੋਵੇ ਹਜੇ, ਜਾਂ ਸੰਕੇਤ ਵੀ ਦੇ ਰਿਹਾ ਹੋਵੇ। ਹਿੰਮਤ ਤਾਂ ਉਦੋਂ ਬਾਅਦ ਦਾ ਕੁਐਸਚਨ ਹੈ। ਇਸ ਲਈ ਉਹ ਕੋਈ ਗਰੁੱਪ ਹਜੇ ਦਿਖਾਈ ਨਹੀਂ ਦੇ ਰਿਹਾ। ਰੌਲਾ ਲਾ ਪਾ ਕੇ ਕੀ ਹੈ, ਜਿਹੜਾ ਵੀ ਗਰੁੱਪ ਆਉਂਦਾ ਉਹ ਬੀਜੇਪੀ ਨਾਲ, ਤੇ ਹੁਣ ਅਕਾਲੀ ਦਲ ਵੀ ਬੀਜੇਪੀ ਨਾਲ। ਕੱਲ ਨੂੰ ਚੱਲ ਕੇ ਮੰਨ ਲਓ ਅਕਾਲੀ ਦਲ ਬੀਜੇਪੀ ਨਾਲ, ਬੀਜੇਪੀ ਕੋਈ ਕਮਰਸ਼ੀਅਲ ਪਾਰਟ ਐਂਗਲ ਦਾ ਹੋਰ ਸਾਰਾ ਕੁਝ ਉਹਨਾਂ ਨੂੰ ਆਉਂਦਾ ਹੈ, ਬਿਜ਼ਨਸ ਵੀ ਕਰਨਾ ਆਉਂਦਾ, ਸਭ ਚੀਜ਼ਾਂ ਆਉਂਦੀਆਂ ਨੇ ਮੁਕਾਬਲਤਨ ਦੂਜਿਆਂ ਦੇ। ਇਸ ਲਈ ਲੋਕ ਕਹਿੰਦੇ ਨੇ ਬਾਰ-ਬਾਰ, ਇਸ ਲਈ ਅਕਾਲੀ ਦਲ ਨੂੰ ਵੀ ਇਹ ਜੱਚਦਾ ਹੈ। ਉਹ ਪਾਰਲੀਮੈਂਟ ਦੇ ਉਦਘਾਟਨ ਤੇ ਚਲੇ ਗਏ, ਆਪਾਂ ਕਿਹਾ ਸੀ ਚੀਮਾ ਸਾਹਿਬ ਹਿੰਦੀ ਬੋਲ ਕੇ ਸਾਰੇ ਦੇਸ਼ ਨੂੰ ਮੈਸੇਜ ਵੀ ਦੇ ਰਹੇ ਸੀ ਅਸੀਂ ਜਾ ਰਹੇ ਹਾਂ।
ਉੱਥੇ ਚਲੇ ਗਏ। ਅਜੇ ਅਕਾਲੀ ਦਲ ਬੀਜੇਪੀ ਨਾਲ ਲਾਈਨ ਕੱਢ ਕੇ ਬਾਹਰ ਖੜਨ ਲਈ ਤਿਆਰ ਨਹੀਂ ਹੈ। ਰੌਲਾ ਕੇਵਲ ਮਤਲਬ ਸਮਝੌਤੇ ਦਾ ਹੀ ਹੈ ਕਿ ਕੌਣ ਕਿੰਨੀ ਛੱਡਦਾ ਸਪੇਸ, ਕਿੰਨੀ ਨਹੀਂ। ਅਕਾਲੀ ਦਲ ਜੇ ਸਪੇਸ ਛੱਡ ਜਾਂਦਾ ਤਾਂ ਉਹਨਾਂ ਨੇ ਕੀ ਲੈਣਾ, ਬਾਕੀਆਂ ਨੂੰ ਕਹਿਣਗੇ ਚੱਲ ਤੁਸੀਂ ਨਾਲ ਹੀ ਆ ਜਾਓ, ਦੇਖ ਲਓ, ਕੋਈ ਫਾਇਦਾ ਨਹੀਂ। ਜਿਹੜਾ ਅਕਾਲੀ ਦਲ ਸੈਂਟਰਲ ਲੈਵਲ ਤੇ ਇੱਕ ਜ਼ਮਾਨੇ 'ਚ ਅਨਕੰਡੀਸ਼ਨਲ ਸਪੋਰਟ ਦੇ ਸਕਦਾ ਹੈ, ਤਾਂ ਅੱਜ ਉਹ ਕਿਉਂ ਕੰਪਰੋਮਾਈਜ਼ ਨਹੀਂ ਕਰ ਸਕਦਾ ਕਿਸੇ ਹੋਰ ਮਾਮਲੇ ਦੇ ਉੱਤੇ? ਇੱਕ ਤਾਂ ਇਹ ਕੁਐਸਚਨ ਹੈ, ਮਤਲਬ ਬੜਾ ਜਿਹਨੂੰ ਧਿਆਨ 'ਚ ਰੱਖਣਾ ਪਏਗਾ ਕਿ ਅਗਲੀਆਂ ਚੋਣਾਂ, ਮੇਰਾ ਖਿਆਲ ਹੈ ਬੀਜੇਪੀ ਵੀ ਹੋਰ ਜਿੰਨੇ ਮਰਜ਼ੀ ਕਾਰਨ ਹੋਣ, ਇੱਕ ਰੀਜਨ ਇਹ ਵੀ ਹੈ ਕਿ ਉਹ ਵੀ ਪਰ ਤੋਲਦੀ ਹੈ ਉਦੋਂ ਤੱਕ ਜਾ ਕੇ। ਉਹਨੇ ਪੋਲਿਟਿਕਸ ਦੇਖਣੀ ਹੈ, ਉਹਨੇ ਬਾਕੀ ਚੀਜ਼ਾਂ ਨਹੀਂ ਦੇਖਣੀਆਂ, ਸਿੱਖਾਂ ਦੀ ਐਸਜੀਪੀਸੀ ਦਾ ਕੀ ਹੋ ਰਿਹਾ, ਅੱਜ ਕਰੋ ਕੱਲ ਕਰੋ, ਮਤਲਬ ਉਹ ਸਾਰੇ ਮਾਮਲੇ ਦੇ ਵਿੱਚ ਉਹ ਅਲਾਈਨਮੈਂਟ ਕਰਨ ਦੀ ਕੋਸ਼ਿਸ਼ ਕਰਦੀ ਹੈ। ਹਾਂ, ਜੇ ਅਲਾਈਨਮੈਂਟ ਦੋ ਬਰਾਬਰ ਦੀਆਂ ਕੋਈ ਹੋ ਜਾਣ, ਇੱਕ ਉਧਰ ਵੀ ਹੋ ਜੇ ਉਧਰ ਨੂੰ ਵੀ ਹੋ ਜੇ, ਤਾਂ ਹੋ ਸਕਦਾ ਉਹ ਕਹੇ ਵੀ ਦੱਸੋ ਭਾਈ ਹੁਣ ਕੀ ਕਰੀਏ, ਉਧਰ ਵੀ ਤਾਂ ਐਡਾ ਹੀ ਵੱਡਾ ਬੈਠਾ ਹੈ, ਤੁਹਾਡਾ ਵੀ ਉਹ ਬਾਰਗੇਨਿੰਗ ਪਾਵਰ ਉਹਦੀ ਵੱਧਦੀ ਹੈ ਇਸ ਮਾਮਲੇ 'ਚ। ਜੇਕਰ ਕੋਈ ਦੂਜੀ ਧਿਰ ਦੇ ਨਾਲ ਕੋਈ ਗੱਲ, ਹਜੇ ਆਰਗੇਨਾਈਜੇਸ਼ਨ ਬਣਾਉਣੀ ਪਏਗੀ, ਚਾਹੇ ਬੀਬੀ ਬਣਾਏ, ਢੀਂਡਸਾ ਸਾਹਿਬ ਬਣਾਓ, ਢੀਂਡਸਾ ਸਾਹਿਬ ਦੀ ਪਾਰਟੀ 'ਚ ਲੱਗਦੀ ਨਹੀਂ, ਹੋਰ ਕੋਈ ਲੀਡਰ ਇਹੋ ਜਿਹਾ ਅਜੇ ਅਮਰਜ ਨਹੀਂ ਹੋ ਰਿਹਾ ਉਸ ਪੱਧਰ ਦੇ ਉੱਤੇ। ਜਿਹੜਾ ਸਟਰਕਚਰ ਹੈ ਨਾ, ਕੇਡਰ ਹੈ ਅਕਾਲੀ ਦਲ 'ਚ, ਬਹੁਤ ਮੈਟਰ ਕਰਦਾ। ਕਿਸੇ ਮੂਵਮੈਂਟ ਵੇਲੇ ਤਾਂ 89 ਵਾਪਰ ਜਾਂਦਾ ਕਿ 89 'ਚ ਅਕਾਲੀ ਦਲ ਦੀਆਂ ਜ਼ਮਾਨਤਾਂ ਜ਼ਬਤ ਤੇ ਉਹ ਸਿਮਰਜੀਤ ਮਾਨ ਤੇ ਉਹਦੇ ਬਾਕੀ ਦੇ ਬੰਦੇ ਜਿਹੜੇ ਸਿੱਖ ਫੈਡਰੇਸ਼ਨ ਖੜੇ ਕਰਦੀ ਆ ਉਹ ਆ ਜਾਂਦੇ ਨੇ। ਪਰ ਮਤਲਬ ਮੂਵਮੈਂਟ ਦੀ ਐਬਸੈਂਟ ਦੇ ਵਿੱਚ ਸੌਖਾ ਨਹੀਂ ਕੰਮ ਹੁੰਦਾ ਕਿ ਇਸ ਤਰੀਕੇ ਨਾਲ ਉਸ ਲੈਵਲ ਦੀਆਂ ਗੱਲਾਂ ਹੋ ਜਾਣ। ਅਗਲੀ ਗੱਲ, ਜਿਹੜੇ ਬੰਦੇ ਤੋੜ ਕੇ ਮੌਕੇ ਤੇ ਮਤਲਬ ਐਸੇ ਸਿਸਟਮ ਦੇ ਵਿੱਚੋਂ ਤੁਹਾਡੀ ਪ੍ਰਧਾਨਗੀ ਲੈਣ ਦੇ ਜਿਹੜੇ ਕੰਮ ਹੁੰਦੇ ਨੇ, ਇਹ ਵੀ ਮੈਨੂੰ ਲੱਗਦਾ ਅਜੇ ਜਿਹੜਾ ਐਸਟੈਬਲਿਸ਼ਡ ਅਕਾਲੀ ਦਲ ਹੈ ਉਹਨੂੰ ਇਹ ਚੀਜ਼ਾਂ ਜ਼ਿਆਦਾ ਆਉਂਦੀਆਂ ਨੇ ਦੂਜਿਆਂ ਨਾਲ। ਜਦੋਂ ਸਰਦਾਰ ਜਗਤਾਰ ਸਿੰਘ ਜੀ ਇਸ ਦੇ ਗਵਾਹ ਜ਼ਿਆਦਾ ਹੋਣਗੇ, ਜਦੋਂ 1999 ਚ ਟੁੱਟਿਆ, ਮਤਲਬ ਜਥੇਦਾਰ ਟੌੜਾ ਨੂੰ ਕੱਢਤਾ, ਸਾਰਿਆਂ ਨੂੰ ਕੱਢਤਾ ਉਹਨਾਂ ਨੇ। ਇੱਕ ਟਰਾਈ ਉਦੋਂ ਵੀ ਹੋਈ ਸੀ ਕਿ ਅਕਾਲੀ ਦਲ ਦੇ ਕੈਂਡੀਡੇਟ ਐਮਐਲਏ ਤੋੜ ਕੇ ਰਵਿੰਦਰ ਨੂੰ ਚੀਫ ਮਿਨਿਸਟਰ ਬਣਾਉਣ ਦੀ, ਉਦੋਂ ਕਹਿੰਦੇ ਨੇੜੇ ਲੱਗ ਗਈ ਸੀ ਇੱਕ ਗੱਲ, ਥੋੜਾ ਜਿਹਾ ਰਵਿੰਦਰ ਸਿੰਘ ਨੂੰ ਕਿਹਾ ਸੀ ਆ 2-4 ਤੂੰ ਦੇਖ ਲੈ, ਫਲਾਨੀ ਜਗ੍ਹਾ ਬੈਠੇ ਨੇ ਬੰਦੇ ਤੇ ਤੂੰ ਖਰਚ ਕਰ ਲੇਗਾ ਤਾਂ ਦੇਖ ਲੈ ਤੇਰੀ ਗੱਲ ਬਣ ਜਾਊਗੀ। ਇੱਕ ਰਹਿ ਗਿਆ ਸੀ, ਇੱਕ ਸਿਰਫ, ਹਾਂ ਇੱਕ ਰਹਿ ਗਿਆ ਸੀ ਬਸ, ਤੇ ਉਹ ਉੱਥੇ ਤੱਕ ਵੀ ਨਹੀਂ ਗਈ ਗੱਲ। ਜਦ ਉਹਨਾਂ ਨੂੰ ਪਤਾ ਲੱਗ ਗਿਆ ਸਰਕਾਰ ਨੂੰ, ਉਹਨਾਂ ਦੇ ਥਰੂ ਡੀਜੀਪੀ ਫਟਾਫਟ ਚੱਕੇ, ਪੰਜਾਬ ਭਵਨ ਲਿਆਂਦੇ ਕਰਕੇ ਨਾਲ ਤੋੜ ਲਏ ਵੀ ਕਾਕਾ ਜੀ ਐ ਨਹੀਂ ਕੰਮ ਚੱਲਦਾ ਹੁੰਦਾ। ਇਸ ਲਈ ਉਹ ਜਿਹੜੀ ਇੱਕ ਸਟ੍ਰੈਟਜੀ ਜਿਹੜੀ ਅੱਜ ਦੀ ਪੋਲਿਟਿਕਸ ਦੀਆਂ ਨਾ ਇਹੋ ਜਿਹੀਆਂ ਖੇਡਾਂ ਨੇ ਜੁਗਾੜਬਾਜੀ ਦੀਆਂ, ਉਹਦੇ ਲਈ ਵੀ ਤੁਹਾਨੂੰ ਸਾਰੀਆਂ ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ। ਮੈਨੂੰ ਲੱਗਦਾ ਜੇ ਸਪਲਿੰਟਰ ਗਰੁੱਪ ਨਾਲੋਂ ਉਹਦੇ 'ਚ ਜ਼ਿਆਦਾ ਇਹ ਚੀਜ਼ਾਂ ਹਜੇ ਹੈ ਨੇ ਕੰਪੈਰੇਟਿਵਲੀ, ਗੇਮ ਖੇਡਣ ਦੀਆਂ ਜਿਹੜੀਆਂ ਚੀਜ਼ਾਂ ਨੇ। ਇਸ ਕਰਕੇ ਐਡਾ ਸੌਖਾ ਕੰਮ ਤਾਂ ਨਹੀਂ। ਔਰ ਜਿਹੋ ਜਿਹਾ ਜਥੇਦਾਰੀ ਕਲਚਰ ਹੁਣ ਬਣ ਗਿਆ, ਪਹਿਲਾਂ ਵਾਲਾ ਹੋਰ ਸੀ ਜੀ। ਬੀਬੀ ਨੂੰ ਪਿਛਲੀ ਇਲੈਕਸ਼ਨ 'ਚ ਕਿੰਨੇ ਬੰਦਿਆਂ ਨੇ ਕਿਹਾ, ਕਿੰਨੇ ਬੰਦਿਆਂ ਨੇ ਬਿਲਕੁਲ ਕਿਹਾ ਤੇਰੇ ਨਾਲ, ਔਰ ਵੋਟ ਪਾ ਕੇ ਪਿੱਛੇ ਵੋਟ ਪਾਉਣ ਤੋਂ ਪਿੱਛੇ ਕਿਵੇਂ ਕਿਹੜੇ ਆਪਸ 'ਚ ਐਡਜਸਟਮੈਂਟ ਕਰਕੇ ਕੋਈ ਆਪਦਾ ਬੰਦਾ ਰਿਜੈਕਟਰ 'ਚ ਪਵਾ ਗਿਆ। ਜਿਹੜਾ ਕਿਰਦਾਰ ਪੋਲਿਟਿਕਸ 'ਚ ਤਾਂ ਐਸਜੀਪੀਸੀ ਮੈਂਬਰਾਂ 'ਚ ਵੀ ਤਾਂ ਉਹੀ ਕਿਰਦਾਰ ਅਸੀਂ ਪੈਦਾ ਕਰ ਲਿਆ ਨਾ ਜਿਹੜੀਆਂ ਚੀਜ਼ਾਂ ਨੇ। ਤੇ ਇਸ ਕਰਕੇ ਜਦੋਂ ਅਸੀਂ ਗੱਲ ਕਰਦੇ ਉਦੋਂ ਕਲੀਨ ਸਵੀਪ ਕਰਦੇ ਆ ਕਿ ਹੁਣ ਬਹੁਤ ਠੀਕ ਤਰੀਕੇ ਨਾਲ ਚੱਲਣਗੇ, ਉਹ ਬਦਲ ਗਿਆ। ਵੱਡੀ ਗੱਲ ਮੈਨੂੰ ਲੱਗਦਾ ਇਸ ਸਮੇਂ ਇਹ ਹੈ, ਸਿੱਖ ਕਮਿਊਨਿਟੀ ਦੇ ਅੰਦਰ ਵੀ ਤੇ ਪੰਜਾਬ ਦੇ ਵਾਸਤੇ ਵੀ, ਕੋਈ ਫਰੈਸ਼ ਜਿਹੜਾ ਪੰਜਾਬ ਦਾ ਤੇ ਪੰਥ ਦਾ ਏਜੰਡਾ ਹੈ, ਉਸ ਏਜੰਡੇ ਨੂੰ ਲੈ ਕੇ ਕੋਈ ਧਿਰ ਚੱਲੇ, ਉਹ ਐਂਟੀ ਬਾਦਲ ਧਿਰ ਨਾ ਹੋਵੇ, ਉਹ ਐਂਟੀ ਫਲਾਨਾ ਧਿਰ ਨਾ ਹੋਵੇ, ਉਹ ਕੰਸਟਰਕਟਿਵ ਧਿਰ ਹੋਵੇ ਜਿਹੜੀ ਕਹੇ ਕਿ ਇਹਦੇ ਤੋਂ ਬਿਨਾਂ ਪੰਜਾਬ ਨਹੀਂ ਬਚਦਾ, ਇਹਦੇ ਤੋਂ ਬਿਨਾਂ ਪੰਥ ਨਹੀਂ ਬਚਦਾ। ਉਹਦੇ ਤੇ ਜਦ ਹੋਣਗੀਆਂ ਚੋਣਾਂ ਉਦੋਂ ਹੋਣ, ਉਹ ਇਹ ਵੀ ਨਾ ਕਹੇ ਸਾਲ ਨੂੰ ਕਰਾਓ, 6 ਮਹੀਨੇ ਨੂੰ, 5 ਸਾਲ ਨੂੰ ਹੋਣ ਚਾਹੇ। ਉਹਦੇ ਲਈ ਗਰਾਊਂਡ ਵਰਕ ਕਰੋ, ਉਹਦੇ ਲਈ ਕੇਡਰ ਤਿਆਰ ਕਰੋ, ਉਹਦੇ ਲਈ ਇੱਕ ਨਵਾਂ ਵਰਤਾਰਾ ਸਾਹਮਣੇ ਲਿਆਓ ਜਿਹਦੇ ਨਾਲ ਤੁਹਾਡੀ ਤਾਕਤ ਆਪਣੇ ਆਪ ਦਿਖਾਈ ਦਿੰਦੀ ਰਹੇ। ਨਹੀਂ ਉਹਦੇ ਤੋਂ ਬਿਨਾਂ ਠੀਕ ਹੈ ਪੈਚ ਵਰਕ ਹੋ ਜੂ, ਆ ਨਹੀਂ ਉਹ ਆ ਗਿਆ, ਆ ਨਹੀਂ ਉਹ ਆ ਗਿਆ, ਕੁਝ ਨਹੀਂ ਬਣਨਾ। ਪੰਜਾਬ ਦੀ ਐਗਜ਼ਿਸਟੈਂਸ ਦਾ ਸਵਾਲ ਹੈ ਤੇ ਪੰਥ ਦੀ ਵੀ ਐਗਜ਼ਿਸਟੈਂਸ ਦਾ ਸਵਾਲ ਹੈ। ਹੁਣ ਮਾਮਲੇ ਕੇਵਲ ਆ ਬਣ ਜੇ ਤੱਕ ਸੀਮਿਤ ਨਹੀਂ ਹੈ, ਮਸਲਾ ਉਦੋਂ ਜ਼ਿਆਦਾ ਗੰਭੀਰ ਹੈ। ਔਰ ਪੰਜਾਬੀ ਫੀਲ ਕਰਦੇ ਨੇ ਕਿ ਉਦੋਂ ਜ਼ਿਆਦਾ ਗੰਭੀਰ ਹੈ। ਉਹ ਲੀਡਰਸ਼ਿਪ ਦੀ ਤਲਾਸ਼ 'ਚ ਨੇ, ਬਾਰ-ਬਾਰ ਤਲਾਸ਼ ਸਾਡੇ ਸਾਹਮਣੇ ਆ ਰਹੀ ਹੈ। ਕਦੇ ਉਹ ਕੋਈ ਤਜਰਬਾ ਕਰਦੇ ਨੇ, ਕਦੇ ਉਹ ਕੋਈ ਤਜਰਬਾ ਕਰਦੇ ਨੇ, ਕਦੇ ਉਹ ਕੋਈ ਪੁਰਾਣਿਆਂ ਨੂੰ ਉਹ ਨਹੀਂ ਚਾਹੁੰਦੇ ਕਿ ਪੁਰਾਣਿਆਂ ਤੇ ਅਸੀਂ ਤਜਰਬਾ ਕਰੀਏ ਉਸ ਪੱਧਰ ਦਾ, ਉਹਨੂੰ ਖੁਦ ਮਾਨਤਾ ਦਈਏ। ਇਹ ਮਾਈਂਡ ਸੈਟ, ਇਹ ਪਲਸ ਜਿਹੜੀ ਪੰਜਾਬ ਦੇ ਲੋਕਾਂ ਦੀ ਹੈ, ਉਹਨੂੰ ਵੀ ਤਾਂ ਸਾਹਮਣੇ ਰੱਖ ਕੇ ਕੋਈ ਫੈਸਲਾ ਕਰਨਾ ਪਏਗਾ। ਮੈਂ ਇੱਕ ਕੰਡੀਸ਼ਨ ਕਰ ਦਿਆਂ ਹੋਰ ਇਹਦੇ 'ਚ, ਇਹਨਾਂ ਦੀ ਗੱਲ ਸਾਰੀ ਦਰੁਸਤ ਹੈ। ਇਹ ਕਾਡਰ ਅਕਾਲੀ ਦਲ ਦਾ ਸਾਰਾ ਪਿਛਲੀ ਇਲੈਕਸ਼ਨ ਦੇ ਵਿੱਚ ਵੀ ਸੀਗਾ। ਹੁਣ ਦਿੱਕਤ ਤਾਂ ਜਿਹੜੀ ਗੱਲ ਮੈਂ ਤੁਹਾਨੂੰ ਇਸ਼ਾਰਾ ਕੀਤਾ ਪਹਿਲਾਂ, ਜਿਹੜੀ ਸਿੱਖਾਂ ਦੀ ਇੱਕ ਲੇਅਰ ਹੈ ਉਹ ਹੈਗੀ ਹੈ ਧਾਰਮਿਕ ਐਸਟੈਬਲਿਸ਼ਮੈਂਟ, ਇਹ ਬੜੀ ਵੱਡੀ ਲੇਅਰ ਹੈ ਔਰ ਆਰਗੇਨਾਈਜ਼ਡ ਹੈ।
ਜਿਹੜੀ ਇਹ ਲੇਅਰ ਹੈ ਦਰਬਾਰ ਸਾਹਿਬ ਤੋਂ ਸ਼ੁਰੂ ਕਰਕੇ ਆਪਾਂ ਅਕਾਲ ਤਖਤ ਦੇ ਜਥੇਦਾਰਾਂ ਦੀ ਜਾਂ ਗੁਰੂ ਆਪਣੇ ਦਰਬਾਰ ਸਾਹਿਬ ਦੇ ਹੈਡ ਗ੍ਰੰਥੀਆਂ ਦੀ ਗੱਲ ਛੱਡਦੀ ਹੈ, ਜਿਹੜਾ ਉਸ ਤੋਂ ਥੱਲੇ ਦੀ ਐਸਟੈਬਲਿਸ਼ਮੈਂਟ ਹੈ ਸਾਰੀ, ਜਦੋਂ ਉਹਦੀ ਫੰਕਸ਼ਨਿੰਗ ਆਪਾਂ ਦੇਖਦੇ ਹਾਂ, ਗੱਲ ਬੜੀ ਛੇਤੀ ਸਮਝ ਆ ਜਾਂਦੀ ਹੈ ਵੀ ਥੱਲੇ ਹੋ ਕੀ ਰਿਹਾ। ਉਹ ਸਾਰੀ ਹੀ ਐਲੀਨੇਟ ਹੋਈ ਵੀ ਹੈ ਇਸ ਵੇਲੇ। ਮੈਂ ਉਸ ਕੰਟੈਕਸਟ ਦੇ ਵਿੱਚ ਗੱਲ ਕਰ ਰਿਹਾ ਸੀ। ਬਾਕੀ ਸਿਆਸੀ ਤੌਰ ਤੇ ਹਮੀਰ ਹੋਰੀ ਬਿਲਕੁਲ ਠੀਕ ਗੱਲ ਕਰ ਰਹੇ ਹੈ, ਲੇਕਿਨ ਜਿਹੜੀ ਇਹ ਧਿਰ ਹੈ ਇਹ ਐਸਜੀਪੀਸੀ ਦੀ ਇਲੈਕਸ਼ਨ ਦੇ ਵਿੱਚ ਜਨਰਲ ਹਾਊਸ 'ਚ ਬਹੁਤ ਵੱਡਾ ਰੋਲ ਪਲੇ ਕਰਦੀ ਹੁੰਦੀ ਹੈ। ਤੇ ਜਦੋਂ ਵੀ ਕੋਈ ਲੋਕਾਂ ਨੂੰ ਆਲਟਰਨੇਟਿਵ ਨਜ਼ਰ ਆਵੇ ਕੈਂਡੀਡੇਟ, ਮੈਂ ਕਹਿ ਰਿਹਾ, ਤੇ ਉਹਨਾਂ ਦਾ ਕੰਮ ਫਿਰ ਉਹੀ ਹੋਏਗਾ ਵੀ ਜਿਹੜੇ ਬਾਦਲ ਕੇ ਕੈਂਡੀਡੇਟ ਹੈ ਨਾ, ਇਹਨਾਂ ਨੂੰ ਹਰਾਓ। ਆਪਾਂ ਇਵੇਂ ਚੱਲਦੇ ਹੋ, ਜਿਹੜੀ ਸਾਈਕੀ ਹੈ ਉਹ ਹਰਾਉਣ ਦੀ ਹੈ, ਜਿਤਾਉਣ ਦੀ ਨਹੀਂ ਹੈ। ਜਿੱਥੋਂ ਤੱਕ ਬੀਬੀ ਜਗੀਰ ਕੌਰ ਦਾ ਇਸ ਵੇਲੇ ਸਵਾਲ ਹੈ, ਇਹ ਪੱਕੀ ਕੰਸੋ ਹੈ ਕਿ ਢੀਂਡਸਾ ਗਰੁੱਪ ਵੀ ਕੋਸ਼ਿਸ਼ ਕਰ ਰਿਹਾ ਕਿ ਬੀਬੀ ਕੋਈ ਨਵੀਂ ਅਨਾਉਂਸਮੈਂਟ ਨਾ ਕਰਨ, ਔਰ ਇਸ ਗੱਲ ਦੀ ਸ਼ਾਦੀ ਬੀਬੀ ਦੇ ਆਲੇ ਦੁਆਲੇ ਦਾ ਘੇਰਾ ਵੀ ਭਰ ਰਿਹਾ ਕਿ ਅਕਾਲੀ ਦਲ ਦੇ ਕਾਫੀ ਵੱਡੇ ਆਗੂ ਜਿਹੜੇ ਸੁਖਬੀਰ ਬਾਦਲ ਦੇ ਭਰੋਸੇ 'ਚ ਵੀ ਨੇ, ਉਹ ਵੀ ਕੋਸ਼ਿਸ਼ ਕਰ ਰਿਹਾ ਕਿ ਬੀਬੀ ਕੋਈ ਅਨਾਉਂਸਮੈਂਟ ਨਾ ਕਰੇ, ਇੱਕ ਨਵਾਂ ਧੜਾ ਖੜਾ ਨਾ ਹੋ ਜੇ, ਇਹ ਸਥਿਤੀ ਹੋਰ ਖਰਾਬ ਨਾ ਹੋਵੇ, ਪੰਥਕ ਜਿਹੜਾ ਇਹ ਸਫਾਂ ਦੇ ਵਿੱਚ ਕੁਝ ਇੱਕ ਹੋਰ ਭੰਬਲ ਭੂਸਾ ਪੈਦਾ ਨਾ ਹੋਵੇ। ਸਰਦਾਰ ਹਮੀਰ ਸਿੰਘ ਜੀ, ਇਹ ਚੀਜ਼ਾਂ ਹੋ ਰਹੀਆਂ ਨੇ। ਅਕਾਲੀ ਦਲ ਨੋ ਡਾਊਟ ਕਿ ਅਕਾਲੀ ਦਲ ਨੂੰ ਕੋਈ ਥ੍ਰੈਟ ਨਹੀਂ ਹੋਊਗਾ, ਪਰ ਜਦੋਂ ਸਮਾਨਾਂਤਰ ਕੋਈ ਧੜਾ ਖੜਾ ਹੋ ਜਾਂਦਾ, ਜਿੱਦਾਂ ਪਿਛਲੀ ਇਲੈਕਸ਼ਨ ਜਿਹੜੀ ਨਵੰਬਰ 'ਚ ਹੋਈ ਪ੍ਰਧਾਨਗੀ ਦੀ ਚੋਣ, ਉਸ ਤੋਂ ਪਹਿਲਾਂ ਪੂਰਾ ਹੌਚ-ਪੌਚ ਸੀਗਾ। ਅਕਾਲੀ ਦਲ ਦੇ ਅੰਦਰ ਇੱਕ ਅਜੀਬੋ ਗਰੀਬ ਸਿਸਟਮ, ਔਰ ਉਹਨਾਂ ਨੂੰ ਬਹੁਤ ਭੱਜ ਨੱਠ ਕਰਨੀ ਪਈ। ਹਾਲਾਂਕਿ ਉਹ ਮੋਬਿਲਾਈਜ਼ ਕਰ ਗਏ, ਉਹਨਾਂ ਨੂੰ ਉਹਦਾ ਫਾਇਦਾ ਹੋਇਆ, ਉਹਨਾਂ ਨੇ ਆਪਣੇ ਬੰਦੇ ਐਕਟੀਵੇਟ ਕਰ ਲਏ। ਪਰ ਜੇ ਇਹ ਲੜਾਈ ਹੁਣੇ ਸ਼ੁਰੂ ਹੋ ਜਾਂਦੀ ਹੈ ਤੇ 5 ਮਹੀਨੇ ਮੇਰੇ ਖਿਆਲ ਮੈਂਬਰਾਂ ਦੀ ਬੜੀ ਪੌਂਬਾਰਾ ਹੋਊਗੀ, ਉਹਨਾਂ ਦਾ ਕੰਮ ਸ਼੍ਰੋਮਣੀ ਕਮੇਟੀ 'ਚ ਕੋਈ ਨਹੀਂ ਰੋਕਣ ਲੱਗਿਆ। ਮੈਂ ਨਾਲ ਹੀ ਐਡ ਕਰਦਾ ਨਾਲ ਹੀ ਵਿਕਰਮ ਸਿੰਘ ਮਜੀਠੀਆ ਹਰ ਮੈਂਬਰ ਦੇ ਘਰ ਮਾਝੇ ਦੇ ਵਿੱਚ ਗਏ ਸੀਗੇ ਜੀ, ਉਹਨਾਂ ਨੂੰ ਰੋਕਣ ਵਾਸਤੇ। ਇਸ ਲੈਵਲ ਤੱਕ ਜ਼ੋਰ ਲੱਗਿਆ ਸੀ। ਚਲੋ ਹੁਣ ਅਮੀਰ ਜੀ ਗੱਲ ਕਰਦੇ ਆ। ਨਹੀਂ, ਮੈਨੂੰ ਲੱਗਦਾ ਕਿ ਹੁੰਦਾ ਹੀ ਹੈ ਜਦੋਂ ਗੇਮ ਚੱਲਦੀ ਹੈ ਨਾ, ਜਦੋਂ ਕੰਪੀਟੀਸ਼ਨ ਹੁੰਦਾ ਤਾਂ ਸਾਰੀਆਂ ਧਿਰਾਂ ਦਾ, ਮੈਂ ਇਹੀ ਗੱਲ ਕਰ ਰਿਹਾ। ਨਹੀਂ, ਉਹੀ ਮੈਂ ਕਹਿ ਰਿਹਾ ਵੀ ਡਰਦੇ ਕਿਉਂ ਆ ਫਿਰ? ਉਹ ਕੰਪੀਟੀਸ਼ਨ ਕੱਲਾ ਕੰਪੇਨ ਦਾ ਨਹੀਂ, ਕੰਪੀਟੀਸ਼ਨ ਰਿਸੋਰਸਸ ਦਾ ਵੀ ਹੁੰਦਾ ਹੈ, ਕੰਪੀਟੀਸ਼ਨ ਬਾਕੀ ਸਾਰੇ ਮਾਮਲੇ ਵਿੱਚ ਉਹਦੇ ਆਉਂਦੇ ਹੀ ਨੇ ਜਦੋਂ ਗੇਮ ਚੱਲਦੀ ਹੈ। ਪਰ ਨਾਲ ਦੀ ਨਾਲ ਇੱਕ ਗੱਲ ਜ਼ਰੂਰ ਹੈ ਕਿ ਜਿਹੜਾ ਸੈਟਅਪ ਹੁਣ ਗੱਲ ਬਣਦੀ ਆ, ਅਕਾਲੀ ਦਲ ਠੀਕ ਹੈ, ਅਕਾਲੀ ਦਲ ਸਾਹਮਣੇ ਮੌਰਲ ਸੰਕਟ ਐਡਾ ਵੱਡਾ ਕਦੇ ਨਹੀਂ ਆਇਆ। ਅਕਾਲੀ ਦਲ ਦੀਆਂ ਜ਼ਮਾਨਤਾਂ ਜ਼ਬਤ 99 ਚ ਵੀ ਹੋਈਆਂ, ਪਰ ਉਦੋਂ ਇਖਲਾਕੀ ਸੰਕਟ ਨਹੀਂ ਸੀ, ਉਦੋਂ ਸੰਕਟ ਹੋਰ ਟਾਈਪ ਦਾ ਸੀ। ਅਕਾਲੀ ਦਲ ਹੁਣ ਇਖਲਾਕੀ ਸੰਕਟ ਨਾਲ ਜੂਝ ਰਿਹਾ ਹੈ, ਕਿਉਂਕਿ ਉਹਦੇ ਤੇ ਉਹ ਐਲੀਗੇਸ਼ਨ ਨੇ ਜਿਹੜੇ ਬੇਅਦਬੀ ਤੋਂ ਲੈ ਕੇ ਲਗਾਤਾਰ ਚੱਲਦੇ ਨੇ। ਜਿਹੜੀ ਸਟਰੀਮ ਦਾ ਉਹ ਲੀਡਰ ਸੀ, ਉਸੇ ਦੇ ਨੁਕਸਾਨ ਦੇ ਉਹਦੇ ਤੇ ਦੋਸ਼ ਲੱਗੇ ਹੋਏ ਨੇ। ਇਸ ਕਰਕੇ ਉਹ ਕੇਡਰ ਹੋਣ ਦੇ ਬਾਵਜੂਦ ਉਹ ਕੇਡਰ 'ਚ ਉਤਸ਼ਾਹ ਨਹੀਂ ਹੈ ਕਿ ਉਹ ਲੋਕਾਂ ਨੂੰ ਜਾ ਕੇ ਮੋਬਿਲਾਈਜ਼ ਕਰਨ ਦੀ ਹੈਸੀਅਤ ਰੱਖੇ। ਜਿੰਨਾ ਚਿਰ ਉਹ ਮੋਬਿਲਾਈਜ਼ ਨਹੀਂ, ਕੇਡਰ ਅੱਜ ਵੀ ਉਹਦੇ ਕੋਲ ਉਦੋਂ ਵੱਧ ਹੈ ਬਾਕੀਆਂ ਕਿਸੇ ਵੀ ਧਿਰ ਦੇ ਨਾਲੋਂ, ਪਰ ਜਿੰਨਾ ਚਿਰ ਉਹ 'ਚ ਹੌਸਲਾ ਨਹੀਂ ਆਉਂਦਾ, ਇਹ ਨਹੀਂ ਆਉਂਦਾ ਕਿ ਅਸੀਂ ਠੀਕ ਹਾਂ, ਸਾਹਮਣੇ ਵਾਲੇ ਚਾਰ ਗੱਲਾਂ ਸੁਣਾਉਂਦੇ ਨੇ ਕਿ ਤੁਸੀਂ ਆਹ ਤਾਂ ਕਰਦੇ ਨਹੀਂ, ਤੁਹਾਡਾ ਆਹ ਹੈ, ਉਹਦੇ ਕੋਲ ਕਹਿਣ ਨੂੰ ਕੁਝ ਨਹੀਂ। ਜਦੋਂ ਕਹਿਣ ਨੂੰ ਕੁਝ ਨਹੀਂ ਹੁੰਦਾ ਤਾਂ ਕੇਡਰ ਹੁੰਦਾ ਵੀ ਆ, ਪਰ ਉਹ ਕੇਡਰ ਇਸੇ ਕਰਕੇ ਇਕੱਠ ਕਰ ਲੈਂਦਾ ਹੈ, ਇਸੇ ਕਰਕੇ ਆਲੇ ਦੁਆਲੇ ਹਾਰ ਪੈਂਦੇ ਨੇ, ਇਸੇ ਕਰਕੇ ਵੱਡੀਆਂ ਕਾਨਫਰੰਸਾਂ ਹੁੰਦੀਆਂ ਨੇ। ਉਹੀ ਕੇਡਰ ਮੇਰਾ ਖਿਆਲ ਹੈ ਉਹਨਾਂ ਨੂੰ ਹੋਰ ਪਾਸੇ ਜਾਣ ਨਹੀਂ ਦਿੰਦਾ। ਉਹਨਾਂ ਨੂੰ ਲੱਗੀ ਜਾਂਦਾ ਇਕੱਠ ਤਾਂ ਫੇਰ ਬੜੀਆ ਹੋ ਗਿਆ, ਬੰਦਾ ਤਾਂ ਫੇਰ 50,000 ਇਕੱਠਾ ਹੋ ਗਿਆ, ਬਾਕੀ ਗੱਲਾਂ ਨੇ ਹੌਲੀ ਹੌਲੀ ਹੋ ਜਾਣਗੀਆਂ। ਇਹ ਇੱਕ ਗਲਤਫਹਿਮੀ ਵੀ ਹੋਈ ਰਹਿੰਦੀ ਹੈ। ਫਿਰ ਇਹ ਦੋ ਚੀਜ਼ਾਂ 'ਚ ਫਰਕ ਹੈ, ਇੱਕ ਓਵਰਆਲ ਮੈਸੇਜ ਦੀ ਸੈਂਟੀਮੈਂਟ 'ਚ ਤੇ ਇੱਕ ਕੇਡਰ ਨੂੰ ਮੇਨਟੇਨ ਕਰਨ ਦੇ ਵਿੱਚ। ਦੋ ਚੀਜ਼ਾਂ ਆਪੋ ਆਪਣੇ ਤਰੀਕੇ ਨਾਲ ਚੱਲਦੀਆਂ ਨੇ। ਇਸ ਕਰਕੇ ਪਰ ਨਾਲ ਦੀ ਨਾਲ ਹੁਣ ਇਹ ਜ਼ਰੂਰ ਹੈ ਕਿ ਕੋਈ ਵੀ ਰੀਜਨਲ ਗਰੁੱਪ ਅਕਾਲੀ ਦਲ ਜਿਹਨੂੰ ਕਿਹਾ ਜਾਵੇ, ਉਹ ਜੇਕਰ ਕੋਈ ਏਜੰਡਾ ਪੰਜਾਬ ਦਾ ਐਸਾ ਖੜਾ ਨਹੀਂ ਕਰਦਾ, ਜਿਹੜਾ ਕਿ ਸਪਲੈਂਟਰ ਗਰੁੱਪ ਵੀ ਅਕਾਲੀ ਦਲ ਦੇ ਨਹੀਂ ਕਰ ਰਹੇ, ਇਦੋਂ ਪਹਿਲਾਂ ਵੀ ਗਰੁੱਪ ਰਹੇ ਨੇ ਬਹੁਤ। ਅਕਾਲੀ ਦਲ ਡੈਮੋਕ੍ਰੈਟਿਕ ਬਡਾਲਾ ਸਾਹਿਬ ਦੀ ਅਗਵਾਈ 'ਚ ਰਿਹਾ, 1920 ਰਵਿੰਦਰ ਦੀ ਅਗਵਾਈ 'ਚ ਰਿਹਾ, ਅਕਾਲੀ ਦਲ ਪੰਥਕ ਰੋਡੇ ਦੀ ਅਗਵਾਈ 'ਚ ਰਿਹਾ, ਇੱਕ ਵਾਰ ਅਕਾਲੀ ਦਲ ਪੰਥਕ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਵੀ ਸੀਗਾ। ਤੇ ਵੱਖ-ਵੱਖ ਗਰੁੱਪ, 3-4 ਗਰੁੱਪ ਤਾਂ ਨਾਰਮਲ ਟ੍ਰੈਂਡ 'ਚ ਰਹੇ ਨੇ ਜਿਹੜੇ ਰਹਿੰਦੇ ਨੇ, ਪਰ ਉਹਨਾਂ ਦੀ ਰੈਲੇਵੈਂਸ ਉਸ ਪੱਧਰ ਦੀ ਨਹੀਂ ਹੁੰਦੀ ਕਿ ਓਡੇ ਜੋਗੇ ਹੋ ਜਾਣ ਜਿਹੜੇ ਆਪ ਹੀ ਮਿਲ ਜਾਣ। ਉਹ ਆਪਸ 'ਚ ਵੀ ਨਹੀਂ ਮਿਲਦੇ, ਉਹ ਆਪਸ 'ਚ ਵੀ ਵੰਡੇ ਹੋਏ ਨੇ ਸਾਰੇ ਦੇ ਸਾਰੇ, ਕੱਲੇ-ਕੱਲੇ ਰੂਪ ਦੇ ਵਿੱਚ, ਕਿਸੇ ਨਾ ਕਿਸੇ ਰੂਪ ਦੇ ਵਿੱਚ। ਮੈਂ ਇੱਕ ਕੰਡੀਸ਼ਨ ਹੋਰ ਕਰਦੇ ਆ ਹਮੀਰ ਜੀ ਏਜੰਡੇ ਦੀ ਗੱਲ ਕਰਦੇ ਆ। 1994 ਦਾ ਏਜੰਡਾ ਲਾਸਟ ਹੈ ਅਕਾਲੀ ਦਲ ਦਾ, ਜੇ ਕੋਈ ਡਾਕੂਮੈਂਟ ਹੈ ਨਾ ਆਈਡੀਓਲੋਜੀਕਲ, 1994 ਦੀ ਅੰਮ੍ਰਿਤਸਰ ਡੈਕਲੇਰੇਸ਼ਨ ਹੈ। ਉਹ ਪ੍ਰਕਾਸ਼ ਸਿੰਘ ਬਾਦਲ ਤੋਂ ਬਿਨਾਂ ਬਾਕੀ ਸਾਰੇ ਲੀਡਰ ਉਸ ਅਕਾਲੀ ਦਲ ਦਾ ਪਾਰਟ ਸੀ।
ਉਹ ਅਕਾਲੀ ਦਲ ਚੱਲ ਹੀ ਨਹੀਂ ਸਕਿਆ, ਭਾਵੇਂ ਏਜੰਡਾ ਉਹਨਾਂ ਕੋਲ ਸੀ। ਰਿਵਾਈਵ ਪ੍ਰਕਾਸ਼ ਸਿੰਘ ਬਾਦਲ ਦਾ ਅਕਾਲੀ ਦਲ ਹੋਇਆ ਸੀ। ਚਲੋ ਹੁਣ ਅੱਗੇ ਚੱਲਦੇ ਜੀ। ਸਰਦਾਰ ਹਰਮੀਤ ਸਿੰਘ ਜੀ, ਆਪਾਂ ਬਹੁਤ ਸੰਖੇਪ ਚ ਹੁਣ ਸਮੇਟਾਂਗੇ। ਸਾਡੀਆਂ ਕੁੜੀਆਂ ਆਪਣੇ ਮੈਡਲ ਗੰਗਾ ਚ ਬਹਾ ਕੇ ਔਰ ਉਹ ਜਾ ਕੇ ਇੰਡੀਆ ਗੇਟ ਤੇ ਬੈਠਣ ਨੂੰ ਤਿਆਰ ਨੇ। ਇਹ ਮਰਨ ਵਰਤ ਕਿੰਨੀ ਕੁ ਅੱਗੇ ਤੱਕ ਜਾ ਸਕਦਾ ਹੈ, ਔਰ ਹਾਕਮ ਕਦੋਂ ਤੱਕ ਇਹਦਾ ਸੰਗਿਆਨ ਨਹੀਂ ਲੈਣਗੇ, ਕਦੋਂ ਤੱਕ ਇਹਦਾ ਅਸਰ ਨਹੀਂ ਲੈਣਗੇ, ਆਖਿਰ ਅਸਰ ਕਿਉਂ ਨਹੀਂ ਲੈ ਰਹੇ, ਇਹ ਕਾਫੀ ਵੱਡਾ ਸਵਾਲ ਬਣ ਗਿਆ। ਕੋਈ ਆਪਣੇ ਅਕਸ ਨੂੰ ਇਸ ਤਰੀਕੇ ਨਾਲ ਵੀ ਨੇਸਤੋ ਨਬੂਦ ਹੁੰਦਾ ਵੇਖ ਸਕਦਾ, ਕਿਉਂਕਿ ਕੁੜੀਆਂ ਦੇ ਅਥਰੂਆਂ ਦਾ ਅਰਥ ਕੁਝ ਹੋਰ ਹੁੰਦਾ। ਇਹ ਕਿਸਾਨੀ ਨਾਲੋਂ ਜ਼ਿਆਦਾ, ਅੰਦੋਲਨ ਨਾਲੋਂ ਘਾਤਕ ਵੀ ਹੋ ਸਕਦਾ। ਕੀ ਕਹਿੰਦੇ? ਬਿਲਕੁਲ, ਇਹ ਬਹੁਤ ਸੀਰੀਅਸ ਮੁੱਦਾ ਹੈ। ਅਸਲ 'ਚ ਤੁਸੀਂ ਦੇਸ਼ ਦੀ ਔਰਤ ਬਾਰੇ ਕੀ ਨਜ਼ਰੀਆ ਦੇ ਬਾਰੇ ਤੁਹਾਡਾ ਨਜ਼ਰੀਆ ਕੀ ਹੈ, ਕਿਵੇਂ ਸੋਚਦੇ ਹੋ, ਕੀ ਉਹਦੀ ਇੱਜ਼ਤ ਕਰਦੇ ਹੋ, ਨਹੀਂ ਕਰਦੇ, ਉਹਦਾ ਸਨਮਾਨ ਕਰਦੇ ਹੋ ਜਾਂ ਨਹੀਂ ਕਰਦੇ, ਜਾਂ ਉਹਨੂੰ ਅਜੇ ਪੁਰਾਣੇ ਤਰੀਕੇ ਵਾਂਗ ਵਸਤੂ ਸਮਝਦੇ ਹੋ ਭੋਗ ਦੀ, ਤੇ ਜਿਹਨੇ ਮਰਜ਼ੀ ਭੋਗ ਲਿਆ ਜੀ, ਫਿਰ ਕੀ ਹੋ ਗਿਆ, ਇਹ ਤਾਂ ਸਾਡਾ ਕਲਚਰ ਹੈ ਜੀ, ਇਹ ਤਾਂ ਸਾਡਾ ਫਲਾਣਾ। ਕੀ ਕਹਿਣਾ ਚਾਹੁੰਦੇ ਹੋ ਸਾਰੇ ਮਾਮਲੇ 'ਚ? ਇਹ ਦੇਸ਼ ਦੇ ਲਈ ਨਮੋਸ਼ੀ ਦਾ ਤੇ ਸ਼ਰਮ ਦਾ ਮੇਰਾ ਖਿਆਲ ਹੈ ਇਦੋਂ ਵੱਡਾ ਕੋਈ ਮੁੱਦਾ ਨਹੀਂ ਹੈ। ਜੇਕਰ ਜਿਹੜੀ ਦੇਸ਼ ਦੀਆਂ ਧੀਆਂ ਨੂੰ ਇੰਨਾ ਲੰਮਾ ਸਮਾਂ 37 ਦਿਨ, ਉਹ ਵੀ ਉਹਨਾਂ ਨੂੰ ਜਿਨ੍ਹਾਂ ਨਾਲ ਪ੍ਰਧਾਨ ਮੰਤਰੀ ਬੈਠ ਕੇ ਚਾਹ ਦਾ ਕੱਪ ਪੀ ਚੁੱਕਿਆ, ਰੋਟੀ ਖਾ ਚੁੱਕਿਆ, ਕੱਲੇ ਕੱਲੇ ਦੇ ਉਹਨੂੰ ਜਾਣਦਾ ਹੈ ਪਰਸਨਲੀ, ਬਾਕੀ ਗੱਲਾਂ ਛੱਡੋ, ਦੇਸ਼ ਤਾਂ ਜਾਣਦਾ ਹੀ ਹੈ। ਜਿਹਨੂੰ ਉਸ ਲੈਵਲ ਦੇ ਹੁਕਮਰਾਨ ਇੰਨਾ ਜਾਣਦੇ ਨੇ ਕਲੋਜ਼ਲੀ, ਜਦੋਂ ਤਿਰੰਗਾ ਝੰਡਾ ਵਿਦੇਸ਼ ਦੇ ਵਿੱਚ ਜਾ ਕੇ ਜਦੋਂ ਉਹ ਲਹਿਰਾਉਂਦੀਆਂ ਨੇ, ਉੱਥੇ ਖੜਦੀਆਂ ਨੇ ਮੈਡਲ ਪਵਾਉਣ ਦੇ ਲਈ, ਉਦੋਂ ਕਹਿੰਦੇ ਨੇ ਵੀ ਸਾਰਾ ਦੇਸ਼ ਅਸਸ ਕਰ ਉੱਠਿਆ, ਬਾਕੀ ਚੀਜ਼ਾਂ ਨੇ, ਇਸੇ ਕਰਕੇ ਉਹਨਾਂ ਨੂੰ ਬੁਲਾਇਆ ਜਾਂਦਾ। ਨਹੀਂ ਤਾਂ ਤੁਸੀਂ ਇਨਸਾਨੀ ਐਂਗਲ ਤੋਂ ਵੀ ਸੋਚੋ, ਪਾਵਰ ਛੱਡ ਦਿਓ। ਜਿਹੜੇ ਬੰਦੇ ਨੂੰ ਆਪਾਂ ਜਾਣਦੇ ਹੁੰਦੇ ਆ, ਜੇ ਉਹ ਤਕਲੀਫ 'ਚ ਹੁੰਦਾ ਹੈ ਤਾਂ ਹਾਦਾ ਨਾਰਾ ਤਾਂ ਉਹਨਾਂ ਦਾ ਮਾੜਾ ਮੋਟਾ ਹਾਲ ਚਾਲ ਤਾਂ ਹਰ ਇੱਕ ਬੰਦਾ ਪੁੱਛਦਾ ਨਾ। ਜਿਹਦਾ ਥੋੜਾ ਜਿਹਾ ਦਿਮਾਗ ਕੰਮ ਕਰਦਾ ਹੈ, ਜਿਹੜਾ ਥੋੜਾ ਜਿਹਾ ਸਿਵਲਾਈਜ਼ਡ ਹੈ, ਉਹਦਾ ਮਾਮਲਾ ਹੱਲ ਹੋਵੇ ਤੁਹਾਡੇ ਤੋਂ ਨਾ ਹੋਵੇ, ਪੁੱਛਦੇ ਤਾਂ ਹੈਗੇ ਹੋ। ਅੱਜ ਤੱਕ ਖਾਮੋਸ਼ੀ ਕਿਉਂ ਹੈ? ਦੇਸ਼ ਦਾ ਪ੍ਰਧਾਨ ਮੰਤਰੀ ਸਭ ਤੋਂ ਜ਼ਿਆਦਾ ਬੋਲਣ ਵਾਲਾ ਪ੍ਰਧਾਨ ਮੰਤਰੀ ਹੈ, 2-2 3-3 ਘੰਟੇ ਸਪੀਚ ਕਰਨ ਲਈ ਜਾਣਿਆ ਜਾਂਦਾ ਹੈ, ਤੇ ਉਹ ਇਹਨਾਂ ਕੁੜੀਆਂ ਦੇ ਮਾਮਲੇ 'ਚ ਇੱਕ ਸ਼ਬਦ ਕਿਉਂ ਨਹੀਂ ਬੋਲ ਪਾ ਰਹੇ? ਕੋਈ ਬੰਦਿਸ਼ ਹੈ? ਕਿਸੇ ਨੇ ਰੋਕਿਆ ਹੋਇਆ? ਜਾਂ ਤੁਹਾਨੂੰ ਕੀ ਮੰਨੀਏ ਕਿ ਤੁਹਾਡੇ ਦਿਮਾਗ 'ਚ ਫਿਰ ਉਹਨਾਂ ਧੀਆਂ ਲਈ ਬੇਟੀ ਭਜਾਓ, ਬੇਟੀ ਪੜ੍ਹਾਓ, ਬੇਟੀ ਖੰਡਾਓ, ਜਿਹੜੀ ਇਹ ਜੁਮਲੇਬਾਜ਼ੀ ਹੈ, ਇਹ ਜੁਮਲੇਬਾਜ਼ੀ ਨੂੰ ਕੀ ਸਮਝਿਆ ਜਾਵੇ ਕਿ ਕਿਸ ਤਰੀਕੇ ਦੀ ਗੱਲ ਹੋਵੇ? ਉਦੋਂ ਵੀ ਜ਼ਿਆਦਾ ਹੈਰਾਨੀ ਦੀ ਗੱਲ ਇਹ ਹੈ ਕਿ ਤੁਸੀਂ ਇੱਕ ਪਾਰਲੀਮੈਂਟ ਦੇ ਵਿੱਚ ਉਦਘਾਟਨ ਕਰਨ ਜਾ ਰਹੇ ਹੋ ਦੇਸ਼ ਦਾ, ਉਹਨੂੰ ਕਹਿੰਦੇ ਹੋ ਡੈਮੋਕ੍ਰੇਸੀ ਦਾ ਮੰਦਰ ਹੈ, ਜਮਹੂਰੀਅਤ ਦਾ ਟੌਂਤ ਕਰਦੇ ਹੋ, ਪੂਰੀ ਤਰ੍ਹਾਂ ਪਏ ਹੋ ਉਹਦੇ ਸਾਹਮਣੇ, ਉੱਥੇ ਨਾਗੇ ਬੰਦੇ ਖੜੇ ਨੇ ਕਿ ਨਹੀਂ ਆਲੇ ਦੁਆਲੇ ਪ੍ਰਧਾਨ ਮੰਤਰੀ ਦਾ, ਉਹਦੇ 'ਚ ਕੀ, ਪਰ ਜਿੱਥੇ ਜੇ ਉਹ ਦੇਸ਼ ਦੀ ਡੈਮੋਕ੍ਰੇਸੀ ਦਾ ਉਦਘਾਟਨ 'ਚ ਹੁੰਦਾ, ਇਹ ਕੁੜੀਆਂ ਵੀ ਨਾਲ ਖੜੀਆਂ ਹੁੰਦੀਆਂ, ਹੋਰ ਕਿੰਨੇ ਲੋਕ ਜਿਨ੍ਹਾਂ ਨੇ ਅਚੀਵ ਕੀਤਾ ਪਿਛਲੇ ਸਮੇਂ 'ਚ, ਦੇਸ਼ ਦਾ ਨਾਂ ਵੱਡਾ ਉੱਪਰ ਕੀਤਾ ਹੈ। ਕੱਲਾ ਉਹ ਸਾਧੂ ਨੇ ਕੀਤਾ ਦੇਸ਼ ਦਾ ਨਾਂ ਵੱਡਾ, ਜਾਂ ਮਤਲਬ ਬਾਕੀ ਲੋਕਾਂ ਨੇ ਨਹੀਂ ਕੀਤਾ? ਕੋਈ ਸਾਇੰਟਿਸਟ ਕਿੱਥੇ ਗਏ, ਵੱਡੇ ਵੱਡੇ ਖਿਡਾਰੀ ਕਿੱਥੇ ਗਏ, ਵੱਡੇ ਫਾਰਮਰ ਕਿੱਥੇ ਗਏ ਜਿਨ੍ਹਾਂ ਨੇ ਤੁਹਾਨੂੰ ਪੇਟ ਭਰ ਕੇ ਦਿੱਤਾ? ਔਰ ਵੱਡੇ ਵੱਡੇ ਬੰਦਿਆਂ ਦਾ ਮਤਲਬ ਕੋਈ ਰੋਲ ਨਹੀਂ ਤੁਹਾਡੇ ਸਾਰੇ ਜਹਿਨ 'ਚ? ਇੱਕ ਉਸ ਪੱਧਰ ਦਾ ਉਸੇ ਦਿਨ ਤੁਸੀਂ ਉਹ ਕੁੜੀਆਂ ਨੂੰ ਪੁਲਿਸ ਨੂੰ ਭੇਜ ਦਿਓ ਆਰਡਰ ਕਰਕੇ ਕਿ ਉਹਨਾਂ ਦਾ ਚੱਕ ਦਿਓ, ਢਾਹ ਦਿਓ ਸਾਰਾ ਕੁਝ। ਜਿਸ ਢੰਗ ਨਾਲ ਵੀਡੀਓ 'ਚ ਲੋਕਾਂ ਨੇ ਦੇਖਿਆ, ਉਹ ਤਾਂ ਤਕੜੀਆਂ ਕੁੜੀਆਂ ਸੀ, 10-10 ਪੁਲਿਸ ਵਾਲੀਆਂ ਬੀਬੀਆਂ ਤੋਂ ਖਿੱਚੀਆਂ ਨਹੀਂ ਸੀ ਜਾ ਰਹੀਆਂ, ਕਿਉਂਕਿ ਜਦੋਂ ਆਪਣਾ ਜ਼ੋਰ ਪੂਰਾ ਤਾਣ ਉੱਥੇ ਲਾ ਕੇ ਬੈਠਦੇ ਤਾਂ ਇਦੋਂ ਬਾਅਦ ਉਹ ਕੀ ਸੋਚਣ ਕਿ ਅਸੀਂ ਜੰਤਰ ਮੰਤਰ ਤੇ ਆਈਆਂ ਸੀ, ਜੰਤਰ ਮੰਤਰ ਤੇ ਪੀਸਫੁਲ ਤਰੀਕੇ ਨਾਲ ਸਾਡੀ ਗੱਲ ਕਹਿਣ ਦਾ ਵੀ ਹੱਕ ਨਹੀਂ। ਇਹਦੇ ਤੋਂ ਫਿਰ ਨਾਰਾਜ਼ ਹੋ ਕੇ ਔਰ ਹੋਰ ਜ਼ਿਆਦਾ ਆਹਤ ਹੋ ਕੇ, ਭਾਵਕ ਹੋ ਕੇ, ਉਹ ਆਪਦੇ ਮੈਡਲ ਗੰਗਾ 'ਚ ਸੁੱਟਣ ਚਲੇ ਗਏ। ਔਰ ਪ੍ਰਧਾਨ ਮੰਤਰੀ ਜਦੋਂ ਪਹਿਲੀ ਵਾਰ ਗਏ ਨੇ, ਸਭ ਦੇ ਯਾਦ ਆਉਣਾ ਬਨਾਰਸ ਕੱਢਣ ਲਈ, ਮੁਝੇ ਗੰਗਾ ਮਈਆ ਨੇ ਬੁਲਾਇਆ, ਤੇ ਗੰਗਾ ਮਈਆ ਨੇ ਬੁਲਾਇਆ, ਮੈਂ ਆ ਗਿਆ, ਤੇ ਉਹ ਗੰਗਾ ਮਈਆ ਕੋਲ ਹੀ ਉਹ ਚਲੀਆਂ ਗਈਆਂ। ਹੁਣ ਵੀ ਸ਼ਾਇਦ ਕੋਈ ਗੱਲਬਾਤ ਹੋ ਜੇ ਮਾੜੀ ਮੋਟੀ ਕਿਸੇ ਨਾ ਕਿਸੇ ਰੂਪ ਦੇ ਵਿੱਚ, ਜਦੋਂ ਤੁਸੀਂ ਉਸ ਕਲਚਰ ਨੂੰ ਵਰਤਦੇ ਹੋ ਆਪਦੇ ਪੋਲੀਟੀਕਲ ਗੇਨ ਦੇ ਲਈ, ਤਾਂ ਉਹਨਾਂ ਲਈ ਵੀ। ਔਰ ਕਿਸੇ ਬੱਚੇ ਲਈ ਨਾ ਮੈਡਲ ਸਕੂਲ 'ਚ ਹਾਸਲ ਕਰਨਾ, ਸਕੂਲ ਦੀ ਖੇਡ 'ਚ ਵੀ ਜਾਂ ਕਿਸੇ ਪੜ੍ਹਾਈ 'ਚ ਕਿੱਡਾ ਵੱਡਾ ਕੰਮ ਹੁੰਦਾ, ਕਿੱਡਾ ਸਨਮਾਨਜਨਕ ਕੰਮ ਹੁੰਦਾ। ਔਰ ਓਲੰਪਿਕ ਤੱਕ ਜਾਣਾ, ਜਿਹੜੇ ਹਿਰਦੇ ਨਾਲ ਉਹਨਾਂ ਨੇ ਜਿੱਤਿਆ, ਤੇ ਉਹ ਜਦੋਂ ਤਾਰੇ ਹੋਣਗੇ, ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦੇ ਦੁੱਖ ਦੀ ਥਾਂ ਕੋਈ ਪਾ ਸਕਦਾ, ਕਿਸੇ ਵੀ ਰੂਪ 'ਚ ਉਹਦੇ ਜਜ਼ਬਾਤ ਦੀ ਥਾਂ ਕੋਈ ਪਾ ਸਕਦਾ। ਫਿਰ ਉਹ ਜਾ ਕੇ ਇੰਡੀਆ ਗੇਟ ਬੈਠਣਗੀਆਂ, ਹੁਣ ਤੁਹਾਡੇ ਕੋਲ ਉਹ ਜਗ੍ਹਾ ਵੀ ਨਹੀਂ ਹੈ। ਇਸ ਹਾਲਾਤ 'ਚ ਮੈਨੂੰ ਲੱਗਦਾ ਕਿ ਜਿਹੜੀ ਬੇਸ਼ਰਮੀ ਦਾ ਕੁਐਸਚਨ ਹੈ, ਔਰ ਜੇ ਜਿਹਨੇ ਲਾ ਲਈ ਲੋਈ ਉਹਦਾ ਕੀ ਕਰੂਗਾ ਕੋਈ, ਇਹ ਤਾਂ ਫਿਰ ਢੀਠਤਾ ਦਾ, ਇਹ ਤੋਂ ਵੱਧ ਕੁਝ ਨਹੀਂ ਹੈ, ਹੋਰ ਕੋਈ ਤਰੀਕਾ ਨਹੀਂ ਹੈ।
ਔਰ ਇਹ ਸਾਰੇ ਉਹ ਕੁੜੀਆਂ ਕਿਹਨੂੰ ਦੱਸ ਰਹੀਆਂ, ਇਕੱਲੇ ਪ੍ਰਧਾਨ ਮੰਤਰੀ ਨੂੰ ਨਹੀਂ, ਇਸ ਦੇਸ਼ ਦੀਆਂ ਉਹ ਸਾਰੀਆਂ ਮਾਵਾਂ ਨੂੰ, ਇਸ ਦੇਸ਼ ਦੇ ਸਾਰੇ ਪਿਤਾ ਜਿਹੜੇ ਨੇ, ਭਰਾ ਨੇ, ਬਾਕੀ ਦੇ ਲੋਕ ਨੇ, ਕਿ ਤੁਸੀਂ ਕਿੱਥੇ ਹੋ, ਤੁਸੀਂ ਕਿੱਥੇ ਬੈਠੇ ਹੋਏ ਹੋ ਜੇ ਸਾਰਾ ਕੁਝ ਤੁਹਾਡੇ ਸਾਹਮਣੇ ਵਾਪਰਦਾ। ਇਸ ਲਈ ਦੇਸ਼ ਦੇ ਵਿੱਚ ਜੇਕਰ ਇਹ ਕੁੜੀਆਂ ਫੇਲ ਹੁੰਦੀਆਂ ਨੇ, ਅੱਗੇ ਨੂੰ ਕੋਈ ਐਜੀਟੇਸ਼ਨ ਕਰਨਾ, ਪੀਸਫੁਲੀ ਆਪਣਾ ਰੋਸ ਜ਼ਾਹਰ ਕਰਨਾ, ਇੰਨਾ ਲੰਮਾ ਜਾਣਾ, ਇਹਦਾ ਮਤਲਬ ਤੁਸੀਂ ਇਹ ਕਹਿ ਰਹੇ ਹੋ ਕੁੜੀਆਂ ਨੂੰ ਕਿ ਜਿਵੇਂ ਤੁਹਾਡੇ ਬਾਸ ਤੁਹਾਡੇ ਨਾਲ ਟਰੀਟ ਕਰਨ, ਤੁਹਾਡੇ ਜਿਸਮ ਨਾਲ ਖੇਡਣ, ਤੁਹਾਡੀ ਰੂਹ ਨਾਲ ਖੇਡਣ, ਤੁਸੀਂ ਚੁੱਪ ਕਰਕੇ ਜਰਿਆ ਕਰੋ। ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ। ਦੇਸ਼ ਰਲ ਕੇ ਦੇਣਾ ਚਾਹੇਗਾ ਜਾਂ ਇਹਦੇ ਖਿਲਾਫ ਕੋਈ ਖੜਾ ਹੋਏਗਾ, ਇਹ ਸਭ ਤੋਂ ਬੜਾ ਇਮੋਸ਼ਨਲ ਕੁਐਸਚਨ ਅੱਜ ਕੰਟਰੀ ਦੇ ਸਾਹਮਣੇ ਖੜਾ ਹੋਇਆ। ਬਿਲਕੁਲ, ਇਹ ਭਾਵੁਕਤਾ ਦਾ ਸਿਖਰ ਹੈ ਕਿ ਤੁਸੀਂ ਕਿਹਦੇ ਨਾਲ ਖੜਨਾ ਹੈ। ਔਰ ਮੇਰਾ ਖਿਆਲ ਜੇ ਕੋਈ ਸਿਆਸੀ ਨੁਕਸਾਨ ਸਭ ਤੋਂ ਵੱਡੇ ਹੋਣ ਦੀ ਗੁੰਜਾਇਸ਼ ਬਣਦੀ ਹੈ ਤੇ ਉਹ ਭਾਵੁਕ ਪਲਾਂ 'ਚ ਹੀ ਬਣਦੀ ਹੁੰਦੀ ਹੈ। ਇਹੀ ਜਦੋਂ ਇੱਕ ਨਿਰਭਇਆ ਕਾਂਡ ਹੁੰਦਾ ਹੈ ਔਰ ਉਸ ਤੋਂ ਬਾਅਦ ਕਾਂਗਰਸ ਦੀਆਂ ਜੜ੍ਹਾਂ ਪੁੱਟੀਆਂ ਜਾਂਦੀਆਂ ਨੇ, ਇਹ ਸਾਰੇ ਸਵਾਲ ਸ਼ਾਇਦ ਹਾਕਮਾਂ ਨੂੰ ਸਮਝ ਨਹੀਂ ਆਉਂਦੇ, ਇਤਿਹਾਸ ਤੋਂ ਕੋਈ ਨਹੀਂ ਸਿੱਖਦਾ। ਸਰਦਾਰ ਜਗਤਾਰ ਸਿੰਘ ਜੀ, ਤੁਹਾਡਾ ਇਹਦੇ ਤੇ ਆਪਣਾ ਕੀ ਕਹਿਣਾ? ਇਤਿਹਾਸ ਤੋਂ ਕਈ ਵਾਰੀ ਜਿਹੜੇ ਰੂਲਰਸ ਹੁੰਦੇ ਆ ਸਬਕ ਲੈਣ ਦੀ ਕੋਸ਼ਿਸ਼ ਨਹੀਂ ਕਰਦੇ। ਬੀਜੇਪੀ ਆਪਣੇ ਆਪ ਨੂੰ ਸੰਸਕਾਰੀ ਪਾਰਟੀ ਕਹਿੰਦੀ ਹੈ, ਹਿੰਦੁਸਤਾਨ ਦੇ ਐਂਸ਼ੀਅੰਟ ਸਿਵਲਾਈਜੇਸ਼ਨ ਦੀ ਗੱਲ ਕਰਦੀ ਹੈ। ਬੜਾ ਅਫਸੋਸ ਹੈ ਕਿ ਐਂਸ਼ੀਅੰਟ ਸਿਵਲਾਈਜੇਸ਼ਨ ਤੋਂ ਸਬਕ ਨਹੀਂ ਸਿੱਖਿਆ ਜਾ ਰਿਹਾ। ਅੱਜ ਦੇ ਯੁੱਗ ਦੇ ਵਿੱਚ ਮਹਾਭਾਰਤ ਮੈਨੂੰ ਰਿਪੀਟ ਹੁੰਦਾ ਲੱਗਦਾ। ਜੇ ਇਹ ਉਹ ਮੁਲਕ ਹੈ ਜਿੱਥੇ ਦੇਵੀਆਂ ਦੀ ਪੂਜਾ ਕੀਤੀ ਜਾਂਦੀ ਹੈ, ਮਹਾਭਾਰਤ 'ਚ ਕੀ ਹੋਇਆ ਸੀਗਾ? ਆਹੀ ਕੁਛ ਹੋਇਆ ਸੀ। ਹੁਣ ਹਜ਼ਾਰਾਂ ਸਾਲ ਬਾਅਦ ਉਹੀ ਸਿਚੁਏਸ਼ਨ ਫਿਰ ਰਿਪੀਟ ਹੋਈ ਹੋਵੇ ਤੇ ਇਹ ਬੜੀ ਸ਼ੌਕਿੰਗ ਗੱਲ ਹੈ। ਤੇ ਇਹ ਹੁਣ ਗੱਲ ਸਿਰਫ ਜਿਹੜੀ ਜ਼ਮੀਰ ਹਿੰਦੁਸਤਾਨ ਦੇ ਲੋਕਾਂ ਦੀ ਹੈ, ਸਿਰਫ ਉਹਨੂੰ ਜਗਾਉਣ ਦੀ ਗੱਲ ਨਹੀਂ। ਇਹ ਇਸ਼ੂ ਗਲੋਬਲ ਲੈਵਲ ਤੇ ਫੋਕਸ ਹੋਣ ਜਾ ਰਿਹਾ, ਲੱਗ ਰਿਹਾ ਹੈ। ਜੋ ਕੁਛ ਦਿੱਲੀ ਦੇ ਵਿੱਚ ਹੋਇਆ ਸੀ ਉਸ ਦਿਨ, ਉਹਦੀਆਂ ਖਬਰਾਂ ਸਾਰੇ ਦੁਨੀਆ ਦੇ ਵਿੱਚ ਛਪੀਆਂ ਹੋਈਆਂ। ਲੇਕਿਨ ਹੁਣ ਗੱਲ ਜ਼ਮੀਰ ਦੀ ਆ ਗਈ ਕਿ ਹਿੰਦੁਸਤਾਨ ਦੀ ਜ਼ਮੀਰ ਇੰਨੀ ਮਰੀ ਹੋਈ ਹੈ ਕਿ ਉਹ ਇਹਨਾਂ ਕੁੜੀਆਂ ਨੂੰ ਇਨਸਾਫ ਨਹੀਂ ਦਵਾ ਸਕਦੇ। ਜਿਨ੍ਹਾਂ ਦੀ ਜ਼ਮੀਰ ਜਾਗਦੀ ਹੈ ਉਹ ਉੱਠਣਗੇ ਤੇ ਇਹਨਾਂ ਨੂੰ ਇਨਸਾਫ ਦਿਵਾਉਣਗੇ। ਇੱਕ ਆਖਰੀ ਮੈਂ ਸਰਦਾਰ ਜਗਤਾਰ ਸਿੰਘ ਜੀ ਤੁਹਾਡੇ ਤੋਂ ਵੀ, ਸਰਦਾਰ ਹਰਮੀਤ ਸਿੰਘ ਹੋਰਾਂ ਤੋਂ ਵੀ ਪੁੱਛਣਾ ਚਾਹੁੰਦਾ ਕਿ ਜਦੋਂ ਇਹ ਹਿਰਦੇ ਵੇਦਕ ਹੁੰਦਾ ਹੈ, ਕਿਸੇ ਨਰਸਰੀ ਕਲਾਸ ਦੇ ਬੱਚੇ ਨੂੰ ਮਿਲਿਆ ਮੈਡਲ ਵੀ ਬੰਦਾ 50 ਸਾਲ ਤੱਕ ਤਾਂ ਰੱਖਦਾ ਹੀ ਹੈ ਕਿ ਮੇਰਾ ਪੁਰਾਣਾ ਜਾਂ ਪੁਰਾਣੇ ਸਰਟੀਫਿਕੇਟ ਬੰਦਾ ਫਾਈਲਾਂ 'ਚ ਲਾ ਕੇ ਰੱਖਦਾ ਰਹਿੰਦਾ ਹੈ। ਤੁਹਾਨੂੰ ਲੱਗਦਾ ਕਿ ਇੱਥੇ ਸਰਕਾਰ ਹਰਕਤ 'ਚ ਆ ਜਾਊਗੀ? ਇਹ ਕਾਫੀ ਇਮੋਸ਼ਨਲ ਹੋ ਗਿਆ, ਸਰਕਾਰ ਹਰਕਤ 'ਚ ਆ ਜਾਊਗੀ ਲੱਗਦਾ ਮੈਨੂੰ ਕਿਤੇ ਨਾ ਕਿਤੇ। ਮੈਨੂੰ ਇੰਝ ਲੱਗ ਰਿਹਾ ਕਿ ਪੋਲੀਟੀਕਲੀ ਇੰਨਾ ਵੱਡਾ ਨੁਕਸਾਨ ਸਹਿਣ ਦੇ ਸਥਿਤੀ 'ਚ ਹੈ ਨਹੀਂ। ਕਈ ਵਾਰੀ ਰੂਲਰਸ ਨਾ ਆਪਣੇ ਆਪ ਨੂੰ ਇਸ ਤਰੀਕੇ ਨਾਲ ਚਾਰੇ ਪਾਸਿਓਂ ਬੰਦ ਕਰ ਲੈਂਦਾ ਹੈ ਕਿ ਉਹ ਤਾਂ ਅਸਲੀ ਕੋਈ ਨਹੀਂ ਹੁੰਦਾ, ਉਹ ਕਹਿੰਦਾ ਕਿ ਮੈਂ ਹੀ ਠੀਕ ਹੈ। ਹੁਣ ਵੀ ਮੈਨੂੰ ਇਹੋ ਜਿਹੀ ਸਿਚੁਏਸ਼ਨ ਲੱਗਦੀ ਹੈ। ਕਿਸਾਨ ਸਟਰਗਲ ਇੰਨਾ ਲੰਮਾ ਸਮਾਂ ਚੱਲ ਗਈ, ਅਲਟੀਮੇਟਲੀ ਬੈਕਆਊਟ ਕਰਨਾ ਪਿਆ ਨਰਿੰਦਰ ਮੋਦੀ ਦੀ ਸਰਕਾਰ ਨੂੰ। ਇੱਥੇ ਵੀ ਆਲਮੋਸਟ ਸਿਚੁਏਸ਼ਨ ਐਸੀ ਹੀ ਬਣ ਰਹੀ ਹੈ। ਹਰਿਆਣਾ ਸਾਰਾ ਮੋਬਲਾਈਜ਼ ਹੋ ਰਿਹਾ, ਸੋ ਕਨਫਰੰਟੇਸ਼ਨ ਵੱਧ ਰਹੀ ਹੈ। ਇਹ ਤਾਂ ਰੂਲਰ ਨੂੰ ਆਪਣੇ ਆਪ ਹੀ ਇਸ਼ੂ ਬਹੁਤ ਸੈਂਸਿਟਿਵ ਹੈ। ਮੈਂ ਇਹਨੂੰ ਕਿਸਾਨ ਸਟਰਗਲ ਨਾਲ ਕੰਪੇਅਰ ਨਹੀਂ ਕਰਦਾ, ਇਹ ਉਸ ਤੋਂ ਵੀ ਸੀਰੀਅਸ ਇਸ਼ੂ ਹੈ। ਮੇਰੇ ਖਿਆਲ ਸਰਕਾਰ ਨੂੰ ਜਾਗਣਾ ਚਾਹੀਦਾ। ਸਰਦਾਰ ਹਰਮੀਤ ਸਿੰਘ ਜੀ, ਕਿਸੇ ਮੌਕੇ ਤੇ ਅੱਜ ਰਾਤ ਤੱਕ ਤੁਹਾਨੂੰ ਲੱਗਦਾ ਥੋੜਾ ਜਿਹਾ ਇੱਕ ਜਿਹੜਾ ਬੰਦੇ ਦੇ ਅੰਦਰੋਂ ਇੱਕ ਆਵਾਜ਼ ਆਉਂਦੀ ਹੁੰਦੀ ਹੈ ਕਿ ਐਡੀ ਬਲੰਡਰ ਨਹੀਂ ਕਰਨਗੇ? ਔਰ ਮੈਨੂੰ ਇਹ ਲੱਗਦਾ ਕਿ ਸਰਕਾਰ ਕੀ ਕਰਦੀ ਹੈ ਉਹ ਅਲੱਗ ਗੱਲ ਹੈ। ਦੇਸ਼ ਦੀ ਸਭ ਤੋਂ ਵੱਡੇ ਮੈਂਬਰ ਵਾਲੀ ਪਾਰਟੀ ਹੈ, ਸਭ ਤੋਂ ਵੱਡੀ ਮੈਂਬਰ ਹੈ, ਕਰੋੜਾਂ ਦੀ ਮੈਂਬਰਸ਼ਿਪ ਵਾਲੀ ਪਾਰਟੀ ਹੈ, ਤੇ ਕਰੋੜਾਂ ਦੀ ਮੈਂਬਰਸ਼ਿਪ 'ਚ ਹੋਰ ਵੀ ਵੱਡੇ ਆਗੂ ਹੋਣਗੇ। ਜਿਵੇਂ ਇਦੋਂ ਪਹਿਲਾਂ ਬੋਲੇ ਲੋਕ ਕਿਸਾਨ ਅੰਦੋਲਨ ਦੇ ਦੌਰਾਨ, ਸਤਪਾਲ ਮਲਕ ਬੋਲੇ ਤੇ ਆਪਾਂ ਵਰੁਣ ਗਾਂਧੀ ਬੋਲੇ, ਕਈ ਹੋਰ ਲੀਡਰ ਵਿੱਚੋਂ ਵੀ ਬੋਲਦੇ ਰਹੇ ਜਿਹੜੇ ਬੀਜੇਪੀ ਦੇ ਅੰਦਰੋਂ। ਜਿੰਨਾ ਚਿਰ ਉਹ ਅੰਦਰੋਂ ਨਹੀਂ ਬੋਲਦੇ, ਚਾਹੇ ਉਹ ਆਰਐਸਐਸ ਹੈ ਚਾਹੇ ਬੀਜੇਪੀ ਹੈ, ਉਹਨਾਂ ਚਿਰ ਮੇਰਾ ਖਿਆਲ ਹੈ ਇਹ ਗੱਲ ਉੱਥੇ ਤੱਕ ਪਹੁੰਚਣ ਦਾ ਕੁਐਸਚਨ ਨਹੀਂ, ਪਹੁੰਚੀ ਹੋਈ ਉਹ ਹੈ, ਪਰ ਉਹਨਾਂ ਚਿਰ ਅੰਦਰੋਂ ਹਿਲਜੁਲ ਨਹੀਂ ਹੁੰਦੀ ਕਿਸੇ ਨਾ ਕਿਸੇ ਰੂਪ ਦੀ। ਔਰ ਮੈਨੂੰ ਲੱਗਦਾ ਗੁੱਡ ਸਾਇੰਸ ਜ਼ਰੂਰ ਪ੍ਰਵੇਲ ਕਰੇਗੀ, ਅੰਦਰੋਂ ਮਾੜਾ ਮੋਟਾ ਕੋਈ ਨਾ ਕੋਈ ਗੱਲਬਾਤ ਹੋਏਗੀ। ਔਰ ਜੇ ਹੋ ਜੇ ਤਾਂ ਚੰਗੀ ਗੱਲ ਹੈ, ਮਤਲਬ ਦੇਸ਼ ਪੱਧਰ ਤੇ ਨਮੋਸ਼ੀ ਨਾ ਚੱਲਣੀ ਪਵੇ। ਔਰ ਜੇ ਏਡੇ ਹੱਦ ਤੱਕ ਜਾ ਕੇ ਵੀ ਗੱਲ ਖੜ ਜੇ, ਉਹਨਾਂ ਨੂੰ ਇਨਸਾਫ ਤੱਕ ਚਲੀ ਜਾਏ। ਪਰ ਕੱਲ ਬ੍ਰਿਜ ਭੂਸ਼ਣ ਸ਼ਰਨ ਸਿੰਘ
ਜਦੋਂ ਉਸ ਉਦਘਾਟਨ ਦੇ ਵਿੱਚ ਵੀ ਸ਼ਾਮਲ ਹੁੰਦਾ ਉਹਨੂੰ ਉੱਥੇ ਤਾਂ ਰੋਕਿਆ ਜਾ ਸਕਦਾ ਸੀ ਨਾ ਵੀ ਤੂੰ ਨਾ ਆਈ, ਉੱਥੇ ਤੇਰੇ ਤੇ ਤਾਂ ਅੱਖ ਹੈ ਕਿਸੇ ਨਾ ਕਿਸੇ ਕਿਸਮ ਦੀ। ਜੀ ਜੀ ਜਦੋਂ ਇਹ ਖੁੱਲਾ ਹੁੰਦੀਆਂ ਨੇ ਤਾਂ ਬਹੁਤ ਅਸਲ 'ਚ ਪ੍ਰੋਬਲਮ ਲੱਗਦੀ ਹੈ ਵੀ ਅੱਜ ਵੀ ਜਾਗ ਜਾਣਗੇ ਜਾਂ ਨਹੀਂ, ਜਾਂ ਅੱਜ ਦੇਖਣਗੇ ਜਾਂ ਨਹੀਂ, ਪਰ ਫਿਰ ਵੀ ਦੇਖਣ ਤਾਂ ਵੀ ਚੰਗੀ ਗੱਲ ਹੈ, ਮਸਲੇ ਨੂੰ ਹੋਰ ਜ਼ਿਆਦਾ ਵਿਗਾੜਨ ਦੀ ਬਜਾਏ। ਇਹ ਕੁੜੀਆਂ ਦਾ ਇਹ ਤਰਕ ਬੜਾ ਜਾਇਜ਼ ਸੀ ਕਿ ਸਾਨੂੰ ਤੇ ਸੜਕਾਂ ਤੇ ਘਸੀਟਿਆ ਜਾ ਰਿਹਾ ਸੀ, ਤੇ ਜਿਹਨੂੰ ਅੰਦਰ ਕੀਤੇ ਜਾਣ ਦੀ ਲੋੜ ਸੀ ਉਹਨੂੰ ਤੁਸੀਂ ਨਵੀਂ ਸੰਸਦ ਦੇ ਮੌਕੇ ਦੇ ਨਾਲ ਬਿਠਾ ਕੇ ਬੈਠੇ ਸੀਗੇ। ਇਹੀ ਉਹਨਾਂ ਦਾ ਦਰਦ ਹੈ। ਇੱਥੇ ਹੀ ਗੁੱਸਾ ਆਉਂਦਾ, ਔਰ ਖਿਡਾਰੀ ਨੂੰ ਗੁੱਸਾ ਆਉਂਦਾ ਵੀ ਜ਼ਿਆਦਾ, ਇਹ 'ਚ ਕੋਈ ਦੋ ਰਾਵਾਂ ਨਹੀਂ, ਕਿਉਂਕਿ ਉਹਦਾ ਹੱਕ ਜ਼ਿਆਦਾ ਹੁੰਦਾ ਹੈ। ਆਖਰੀ ਗੱਲ ਜਿਹੜੀ ਅਸੀਂ ਹੁਣ ਨਹੀਂ ਲਵਾਂਗੇ, ਡਿਬੇਟ 'ਚ ਨਹੀਂ ਲਿਆਵਾਂਗੇ, ਕਿ ਕੇਜਰੀਵਾਲ ਸਾਹਿਬ ਨੇ ਕੱਲ ਆਪਣੇ MLAs ਨਾਲ, ਮੰਤਰੀਆਂ ਨਾਲ ਔਰ ਮੈਂਬਰ ਪਾਰਲੀਮੈਂਟਸ ਨਾਲ ਖਾਣਾ ਖਾਣਾ ਹੈ ਮੁੱਖ ਮੰਤਰੀ ਵੱਲ ਚੰਡੀਗੜ੍ਹ ਦੇ ਵਿੱਚ। ਇਹਦੇ ਪਿੱਛੇ ਕੀ ਉਹਨਾਂ ਲੋਕਾਂ ਨੂੰ ਮਿਲਣ ਦੀ ਹਸਰਤ ਹੈ, ਜਾਂ ਉਹਨਾਂ ਲੋਕਾਂ ਨੂੰ ਸ਼ਾਬਾਸ਼ ਦੇਣੀ ਜਿਨ੍ਹਾਂ ਨੇ ਜਲੰਧਰ ਜਿੱਤਿਆ, ਜਿਨ੍ਹਾਂ ਨੇ ਜਿੱਤ ਦਾ ਇੱਕ ਵਾਰੀ ਫਿਰ ਮਾਹੌਲ ਬਣਾਤਾ ਹੈ, ਔਰ ਆਉਂਦੀ ਚੋਣ ਦੇ ਵਿੱਚ ਇਹ ਫਾਇਦਾ ਹੋਣ ਵਾਲਾ ਹੈ। ਦੂਜੇ ਬੰਨੇ ਕੀ ਉਹ ਮੋਬਿਲਾਈਜ਼ ਕਰ ਰਹੇ ਨੇ ਕਿ ਆਰਡੀਨੈਂਸ ਦੇ ਮਾਮਲੇ 'ਚ ਜ਼ਿਆਦਾ ਵੱਡਾ ਇਕੱਠ ਰਾਮਲੀਲਾ ਗਰਾਊਂਡ ਦੇ ਵਿੱਚ 11 ਨੂੰ ਹੋਵੇ, ਜੇ ਉਹ ਪ੍ਰਸਤਾਵਿਤ ਹੈ, ਕਿਉਂਕਿ ਹੁਣ ਤੱਕ ਚੁੱਪ ਛਾਈ ਹੋਈ ਹੈ। ਤੇ ਇੱਕ ਹੋਰ ਵੀ ਗੱਲ ਕਿ ਜੇ ਇਹ ਲੜਾਈ ਕੇਂਦਰ ਨਾਲ ਵੱਡੀ ਲੜਨੀ ਪਵੇ ਤਾਂ ਕੀ ਪੰਜਾਬੀਆਂ ਨੂੰ ਵੀ ਇਹਦੇ 'ਚ ਸ਼ਾਮਲ ਕਰਨ ਦਾ ਮਨ ਹੈ? ਇਹ ਟਕਰਾਅ ਹੋਰ ਵੱਡੇ ਹੋਣਗੇ। ਇਹ ਸਾਰੇ ਸਵਾਲ ਡਿਨਰ ਤੋਂ ਬਾਅਦ ਬਾਹਰ ਨਿਕਲ ਕੇ ਆਉਂਦੇ ਆ, ਜਾਂ ਉਸ ਤੋਂ ਪਹਿਲਾਂ ਜੇ ਕੁਝ ਨਿਕਲ ਕੇ ਆਉਂਦੀਆਂ ਕਨਸੋਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਸਮੇਂ ਦੀ ਕਿੱਲਤ ਤੇ ਚੱਲਦੇ ਆ, ਅਸੀਂ ਇਸ ਅਹਿਮ ਵਿਸ਼ੇ ਨੂੰ ਛੱਡ ਰਹੇ ਹਾਂ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਥੈਂਕ ਯੂ। ਸ਼ੁਕਰੀਆ ਜੀ।